ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰ ਕਲਾਸਿਸ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੀਟੈਟ ਦੇ ਪੇਪਰ ਨੂੰ ਲੈ ਕੇ ਆਪਾਂ ਲੈਕਚਰਸ ਦੀ ਸੀਰੀਜ਼ ਸਟਾਰਟ ਕੀਤੀ ਸੀ। ਕੱਲ ਆਪਾਂ ਮੈਡੀਵਲ ਇੰਡੀਆ ਦਾ ਲੈਕਚਰ ਕੀਤਾ ਸੀ, ਜਿਹਦੇ ਵਿੱਚ ਆਪਾਂ ਦਿੱਲੀ ਸਲਤਨਤ ਦੇ ਬਾਰੇ ਲੈਕਚਰ ਬਣਾਇਆ ਸੀਗਾ। ਹੁਣ ਆਪਾਂ ਅੱਜ ਇੰਡੀਅਨ ਪੋਲਿਟੀ ਦਾ ਜਿਹੜਾ ਲੈਕਚਰ ਹੈ, ਪੇਪਰ ਦੇ ਪੁਆਇੰਟ ਆਫ ਵਿਊ ਦੇ ਨਾਲ ਕਾਫੀ ਇੰਪੋਰਟੈਂਟ ਹੈ, ਪੀਟੈਟ 2 ਦੇ ਵਾਸਤੇ ਖਾਸ ਤੌਰ ਤੇ। ਤੇ ਇਹਦਾ ਲੈਕਚਰ ਜਿਹੜਾ ਸਟਾਰਟ ਕਰਨ ਜਾ ਰਹੇ ਆ ਪੋਲਿਟੀ ਦਾ, ਜਿਹੜਾ ਕਿ ਅਰਿਹੰਤ ਦੀ ਬੁੱਕ ਤੋਂ ਲਿਆ ਗਿਆ ਵਾ। ਠੀਕ ਹੈ, ਬਹੁਤ ਹੀ ਇੰਪੋਰਟੈਂਟ ਹੈਗਾ। ਪੀਟੈਟ ਦਾ ਪੇਪਰ ਜਿਹੜਾ ਤੁਹਾਨੂੰ ਦੱਸ ਦਵਾਂ ਕਿ 1 ਦਸੰਬਰ 2024 ਨੂੰ ਹੋਣ ਜਾ ਰਿਹਾ ਵਾ, ਕਾਫੀ ਸਮੇਂ ਬਾਅਦ ਹੋਣ ਜਾ ਰਿਹਾ ਤੇ ਕਾਫੀ ਜ਼ਿਆਦਾ ਤਿਆਰੀ ਦੀ ਲੋੜ ਹੈ। ਕੰਪੀਟੀਸ਼ਨ ਕਾਫੀ ਹੈ। 90 ਮਾਰਕਸ ਹੀ ਚਾਹੀਦੇ ਹੈਗੇ ਆ ਇਹਨੂੰ ਕੁਆਲੀਫਾਈ ਕਰਨ ਵਾਸਤੇ ਫॉर ਜਨਰਲ ਕੈਟਾਗਰੀ, ਤੇ ਅਦਰਸ ਨੂੰ ਜਿਹੜਾ ਹੈਗੇ ਆ 82 ਚਾਹੀਦੇ ਹੈਗੇ ਆ। ਠੀਕ ਹੈ, ਹੁਣ ਸ਼ੁਰੂਆਤ ਕਰਨ ਜਾ ਰਹੇ ਆਪਾਂ ਇੰਡੀਅਨ ਪੋਲਿਟੀ ਦੀ। ਸ਼ੁਰੂਆਤ ਇਹਦੀ ਹੈਗੀ ਹੈ ਕਨਸਟੀਟਿਊਸ਼ਨ ਦੇ ਫਰੇਮਿੰਗ ਤੋਂ, ਕਿ ਇੰਡੀਆ ਦਾ ਕਨਸਟੀਟਿਊਸ਼ਨ ਕਿੱਦਾਂ ਫਰੇਮ ਹੋਇਆ ਸੀਗਾ। ਹੁਣ ਗੱਲ ਕਰਦੇ ਕਿ ਇੰਡੀਆ ਦਾ ਕਨਸਟੀਟਿਊਸ਼ਨ ਫਰੇਮ ਕਰਨ ਤੋਂ ਪਹਿਲਾਂ ਕਾਫੀ ਜ਼ਿਆਦਾ ਜਿਹੜੀ ਹੀ ਡਿਸਕਸ਼ਨ ਚੱਲਦੀ ਰਹੀ ਸੀ। ਉਸ ਤੋਂ ਬਾਅਦ ਜਿਹੜਾ ਸੀਗਾ 1946 ਦੇ ਵਿੱਚ ਇੱਕ ਆਪਣੀ ਜਿਹੜੀ ਅਸਥਾਈ ਗਵਰਨਮੈਂਟ ਬਣਾਈ ਗਈ। ਠੀਕ ਹੈ, ਕਨਸਟੀਟਿਊਐਂਟ ਅਸੈਂਬਲੀ ਬਣਾਈ ਗਈ, ਜਿਹਨੇ ਕਿ ਇੰਡੀਆ ਦਾ ਕਨਸਟੀਟਿਊਸ਼ਨ ਫਰੇਮ ਕੀਤਾ ਹੈਗਾ। ਉਸ ਤੋਂ ਪਹਿਲਾਂ ਗੱਲ ਕਰੀਏ ਤੇ ਸਭ ਤੋਂ ਪਹਿਲਾਂ ਜਿਹੜਾ ਹੈਗਾ ਭਾਰਤ ਦਾ ਸੰਵਿਧਾਨ, ਕਨਸਟੀਟਿਊਸ਼ਨ ਨੂੰ ਪੰਜਾਬੀ 'ਚ ਕਹਿ ਦਿੰਦੇ ਨੇ ਸੰਵਿਧਾਨ। ਠੀਕ ਹੈ, ਸੰਵਿਧਾਨ ਕੀ ਹੁੰਦਾ ਵਾ? ਇੱਕ ਕਾਨੂੰਨ ਹੁੰਦਾ ਵਾ। ਠੀਕ ਹੈ, ਲਾਅ ਆਫ ਐਨੀ ਲੈਂਡ। ਜੇ ਤੁਹਾਨੂੰ ਕੁਐਸਚਨ ਪੁੱਛਿਆ ਜਾਏ ਕਿ ਵਟ ਇਜ਼ ਦ ਮੀਨਿੰਗ ਆਫ ਕਨਸਟੀਟਿਊਸ਼ਨ, ਆਨਸਰ ਕੀ ਆਏਗਾ? ਲਾਅ ਆਫ ਐਨੀ ਲੈਂਡ ਇਜ਼ ਕਾਲਡ ਕਨਸਟੀਟਿਊਸ਼ਨ। ਠੀਕ ਹੈ, ਹੁਣ ਗੱਲ ਕਰਦੇ ਹਾਂ ਕਿ ਇੰਡੀਅਨ ਕਨਸਟੀਟਿਊਸ਼ਨ ਜਿਹੜਾ ਹੈਗਾ ਦਾ ਸੁਝਾਅ ਸਭ ਤੋਂ ਪਹਿਲਾਂ ਕਿਹਨੇ ਦਿੱਤਾ ਸੀਗਾ? ਐਮ ਐਨ ਰਾਓ ਨਾਂ ਦਾ ਇੱਕ ਬੰਦਾ ਸੀਗਾ। ਠੀਕ ਹੈ, ਐਮ ਐਨ ਰਾਓ ਜਿਹੜਾ ਸੀਗੇ ਨੇ ਸਭ ਤੋਂ ਪਹਿਲਾਂ ਕਿਹਾ ਸੀਗਾ ਕਿ ਇੰਡੀਆ ਦਾ ਸੰਵਿਧਾਨ ਹੋਣਾ ਚਾਹੀਦਾ, ਇੰਡੀਆ ਦੇ ਵਿੱਚ ਕੋਈ ਨਾ ਕੋਈ ਕਾਨੂੰਨ ਹੋਣਾ ਚਾਹੀਦਾ। ਤੇ ਐਮ ਐਨ ਰਾਏ ਉਹੀ ਸਨ ਜਿਹੜੇ ਕਿ ਕਮਿਊਨਿਸਟ ਮੂਵਮੈਂਟ ਜਿਨ੍ਹਾਂ ਨੇ ਭਾਰਤ ਦੇ ਵਿੱਚ ਚਲਾਈ ਸੀਗੀ, ਯਾਦ ਰੱਖਿਓ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਕਨਸਟੀਟਿਊਸ਼ਨ ਨੂੰ ਫਰੇਮ ਕਰਨ ਵਾਸਤੇ ਕੀ ਬਣਾਇਆ ਗਿਆ ਸੀ? ਇੱਕ ਕਨਸਟੀਟਿਊਐਂਟ ਅਸੈਂਬਲੀ ਬਣਾਈ ਗਈ ਸੀ, ਜਿਹਨੂੰ ਪੰਜਾਬੀ 'ਚ ਆਪਾਂ ਸੰਵਿਧਾਨਿਕ ਸਭਾ ਕਹਿ ਦਿੰਦੇ ਹਾਂ। ਇਹ ਸੰਵਿਧਾਨਿਕ ਸਭਾ ਜਿਹੜੀ ਸੈਟਅਪ ਕੀਤੀ ਗਈ ਸੀ 16 ਮਈ 1946 ਨੂੰ। ਠੀਕ ਹੈ, ਕਿੰਨੇ ਕੀਤੀ ਸੀ? ਕੈਬਨਿਟ ਮਿਸ਼ਨ ਪਲਾਨ ਨੇ। ਹੁਣ ਜਿਹੜਾ ਸੀਗਾ ਆਪਾਂ ਗੱਲ ਕਰੀਏ, ਸੈਕਿੰਡ ਵਰਲਡ ਵਾਰ ਸਟਾਰਟ ਹੋ ਗਈ ਸੀਗੀ। ਕਦੋਂ ਹੋਈ ਸੀਗੀ? 1939 ਦੇ ਵਿੱਚ ਸ਼ੁਰੂ ਹੋਈ ਸੀ, ਜਿਹੜੀ ਕਿ 1945 ਤੱਕ ਚੱਲਦੀ ਰਹੀ ਸੀ। ਸੈਕਿੰਡ ਵਰਲਡ ਵਾਰ ਦੇ ਦੌਰਾਨ ਆਪਾਂ ਗੱਲ ਕਰੀਏ ਤਾਂ ਜਿਹੜਾ ਸੀਗਾ ਇੰਗਲੈਂਡ ਦੀ ਸਰਕਾਰ ਤੇ ਕਾਫੀ ਜ਼ਿਆਦਾ ਪ੍ਰੈਸ਼ਰ ਬਣਿਆ ਸੀਗਾ ਕਿ ਇੰਡੀਆ ਨੂੰ ਜਿਹੜਾ ਸੀਗਾ ਆਜ਼ਾਦ ਕੀਤਾ ਜਾਵੇ। ਤੇ ਇੰਡੀਆ ਨੂੰ ਆਜ਼ਾਦ ਕਰਨ ਵਾਸਤੇ ਜਿਹੜਾ ਸੀਗਾ ਆਪਣਾ ਐਟਲੀ ਸਰਕਾਰ ਜਿਹੜੀ ਸੀ ਉਹਦੇ ਦੁਆਰਾ ਇੱਕ ਇੰਡੀਆ ਦੇ ਵਿੱਚ ਮਿਸ਼ਨ ਭੇਜਿਆ ਜਾਂਦਾ, ਜਿਹਨੂੰ ਕਿ ਆਪਾਂ ਕੈਬਨਿਟ ਮਿਸ਼ਨ ਪਲਾਨ ਦਾ ਨਾਂ ਦਿੰਦੇ ਹੈਗੇ ਆ। ਹੁਣ ਕੈਬਨਿਟ ਮਿਸ਼ਨ ਪਲਾਨ ਨੇ ਜਿਹੜਾ ਸੀ ਇੰਡੀਆ ਵਿੱਚ ਆ ਕੇ ਇੱਕ ਸੰਵਿਧਾਨਿਕ ਸਭਾ ਬਣਾਈ ਸੀਗੀ। ਇਹ ਸੰਵਿਧਾਨਿਕ ਸਭਾ ਕਦੋਂ ਬਣੀ ਸੀ? 16 ਮਈ 1946 ਨੂੰ। ਤੇ ਸੰਵਿਧਾਨਿਕ ਸਭਾ ਦੇ ਜਿਹੜੇ ਪਹਿਲੇ ਚੇਅਰਮੈਨ ਬਣਾਇਆ ਗਿਆ ਸੀ, ਸਚਿਦਾਨੰਦ ਸਿਨਹਾ ਨੂੰ ਬਣਾਇਆ ਗਿਆ ਸੀਗਾ। ਠੀਕ ਹੈ, ਉਸ ਤੋਂ ਬਾਅਦ 11 ਦਸੰਬਰ 1946 ਨੂੰ ਜਿਹੜਾ ਸੀ ਇਹਨਾਂ ਦੇ ਇੱਕ ਪਰਮਾਨੈਂਟ ਚੇਅਰਮੈਨ ਚੁਣਿਆ ਗਿਆ। ਕਿਹਨਾਂ ਨੂੰ ਚੁਣਿਆ ਗਿਆ? ਡਾਕਟਰ ਰਜਿੰਦਰ ਪ੍ਰਸਾਦ ਨੂੰ। ਤੇ ਐਚ ਸੀ ਮੁਖਰਜੀ ਜਿਹੜੇ ਸੀਗੇ ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਚੁਣਿਆ ਜਾਂਦਾ, ਯਾਦ ਰੱਖਿਓ। ਠੀਕ ਹੈ, ਇਹਨੇ ਜਿਹੜਾ ਸੀਗਾ ਆਪਣਾ ਵਰਕ ਕਰਨਾ ਸ਼ੁਰੂ ਕੀਤਾ ਸੀ 9 ਦਸੰਬਰ 1946 ਨੂੰ। ਤੇ 9 ਦਸੰਬਰ 1946 ਨੂੰ ਜਿਹੜੇ ਇਹਨਾਂ ਦੇ ਪਹਿਲੇ ਚੇਅਰਮੈਨ ਚੁਣਿਆ ਗਿਆ ਸੀ, ਸਚਿਦਾਨੰਦ ਸਿਨਹਾ ਨੂੰ ਚੁਣਿਆ ਗਿਆ ਸੀਗਾ। ਤੇ 11 ਦਸੰਬਰ 1946 ਨੂੰ ਬਣਾਇਆ ਗਿਆ ਸੀ ਡਾਕਟਰ ਰਜਿੰਦਰ ਪ੍ਰਸਾਦ ਨੂੰ ਪਰਮਾਨੈਂਟ ਚੇਅਰਮੈਨ ਜਾਂ ਪ੍ਰੈਜ਼ੀਡੈਂਟ, ਤੇ ਐਚ ਸੀ ਮੁਖਰਜੀ ਜਿਹੜੇ ਸੀ ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਜਿਹੜਾ ਸੀਗਾ ਇਲੈਕਟ ਕੀਤਾ ਗਿਆ ਸੀਗਾ। ਬੀ ਐਨ ਰਾਓ ਜਿਹੜੇ ਸੀਗੇ ਇਹਨਾਂ ਨੂੰ ਕਨਸਟੀਟਿਊਸ਼ਨਲ ਐਡਵਾਈਜ਼ਰ ਜਿਹੜਾ ਸੀਗਾ ਅਪਾਇੰਟ ਕੀਤਾ ਗਿਆ ਸੀ। ਕੁਐਸਚਨ ਪੁੱਛਿਆ ਜਾਂਦਾ ਹੈ ਕਿ ਕਨਸਟੀਟਿਊਐਂਟ ਅਸੈਂਬਲੀ ਦੇ ਕਨਸਟੀਟਿਊਸ਼ਨਲ ਐਡਵਾਈਜ਼ਰ ਕਿਹਨੂੰ ਬਣਾਇਆ ਗਿਆ ਸੀਗਾ 1946 ਦੇ ਵਿੱਚ? ਆਨਸਰ ਕੀ ਆਏਗਾ? ਬੀ ਐਨ ਰਾਓ ਨੂੰ। ਠੀਕ ਹੈ, ਉਸ ਤੋਂ ਬਾਅਦ ਆਪਾਂ ਗੱਲ ਕਰਦੇ ਕਿ ਜਿਹੜੀ ਸੰਵਿਧਾਨਿਕ ਸਭਾ ਬਣਾਈ ਗਈ ਸੀ, ਇਹਦੇ ਵਿੱਚ ਟੋਟਲ ਮੈਂਬਰਸ਼ਿਪ ਜਿਹੜੀ ਸੀ 389 ਸੀਗੀ। 389 ਦੇ ਵਿੱਚ 292 ਜਿਹੜੇ ਸੀਗੇ ਬ੍ਰਿਟਿਸ਼ ਸਟੇਟ ਤੋਂ ਲਏ ਗਏ ਸੀਗੇ, 93 ਜਿਹੜੇ ਸੀ ਪ੍ਰਿੰਸਲੀ ਸਟੇਟ ਤੋਂ ਲਏ ਗਏ ਸੀ, ਤੇ 4 ਮੈਂਬਰ ਜਿਹੜੇ ਚੀਫ ਕਮਿਸ਼ਨਰਸ ਪ੍ਰੋਵਿੰਸ ਤੋਂ ਲਏ ਗਏ, ਜਿਹਦੇ ਵਿੱਚ ਦਿੱਲੀ, ਅਜਮੇਰ, ਮੇਰਵਾੜ, ਠੀਕ ਹੈ, ਕਾਰਗ ਤੇ ਬ੍ਰਿਟਿਸ਼ ਬਲੋਚਿਸਤਾਨ ਆਉਂਦੇ ਸੀਗੇ। ਠੀਕ ਹੈ, ਮੈਂ ਤੁਹਾਨੂੰ ਸਮਝਾ ਦਿੰਦੀ ਕਿ ਗਵਰਨਮੈਂਟ ਆਫ ਇੰਡੀਆ ਐਕਟ ਪਾਸ ਹੋਇਆ ਸੀਗਾ ਬ੍ਰਿਟਿਸ਼ਰ ਦੁਆਰਾ ਕੀਤਾ ਗਿਆ ਸੀ 1935 ਵਿੱਚ, ਜਿਹਦੇ ਅਕੋਰਡਿੰਗ 1937 ਦੇ ਵਿੱਚ ਉਹਨਾਂ ਨੇ ਜਿਹੜਾ ਸੀਗਾ ਇੰਡੀਆ ਦੇ ਵਿੱਚ ਇਲੈਕਸ਼ਨ ਕਰਵਾਏ ਸੀਗੇ। ਇਲੈਕਸ਼ਨ ਹੋਣ ਤੋਂ ਬਾਅਦ ਜਿਹੜਾ ਸੀਗਾ ਜਿੰਨੇ ਵੀ ਜਿਹੜਾ ਸੀਗਾ ਏਰੀਆ ਜਿਹੜਾ ਕਿ ਬ੍ਰਿਟਿਸ਼ਰ ਦੇ ਅੰਡਰ ਆਉਂਦਾ ਸੀਗਾ, ਉਹਨਾਂ ਨੂੰ 292 ਬ੍ਰਿਟਿਸ਼ ਸਟੇਟਸ ਦੇ ਵਿੱਚ ਵੰਡ ਦਿੱਤਾ ਗਿਆ ਸੀਗਾ। ਠੀਕ ਹੈ,
ਪ੍ਰਿੰਸਲੀ ਸਟੇਟ ਉਹ ਸੀਗੀਆਂ ਜਿੱਥੇ ਕਿ ਰਾਜੇ ਮਹਾਰਾਜੇ ਰਾਜ ਕਰਦੇ ਸੀ। ਇਹਨਾਂ ਨੇ ਕਦੇ ਵੀ ਬ੍ਰਿਟਿਸ਼ਰਸ ਦੀ ਅਧੀਨਤਾ ਸਵੀਕਾਰ ਨਹੀਂ ਕੀਤੀ ਸੀਗੀ। ਜਦੋਂ 1947 ਦੇ ਵਿੱਚ ਇੰਡੀਆ ਨੂੰ ਇੰਡੀਪੈਂਡੈਂਸ ਮਿਲਦੀ ਹੈ ਤੇ ਲਗਭਗ 550 ਦੇ ਕਰੀਬ ਪ੍ਰਿੰਸਲੀ ਸਟੇਟ ਸੀਗੀਆਂ। ਠੀਕ ਹੈ, ਇਹਨਾਂ ਪ੍ਰਿੰਸਲੀ ਸਟੇਟ ਤੋਂ 93 ਜਿਹੜੇ ਬੰਦੇ ਲਏ ਗਏ ਸੀਗੇ ਜਿਹੜੇ ਕਿ ਕੌਂਸਟੀਟਿਊਐਂਟ ਅਸੈਂਬਲੀ ਦੇ ਮੈਂਬਰ ਬਣੇ ਸੀਗੇ। 4 ਉਹ ਮੈਂਬਰ ਸੀਗੇ ਜਿੱਥੇ ਕਿ ਬ੍ਰਿਟਿਸ਼ਰ ਦੇ ਦੁਆਰਾ ਆਪਣੇ ਕਮਿਸ਼ਨਰਸ ਨੂੰ ਬਿਠਾਇਆ ਜਾਂਦਾ ਸੀਗਾ। ਜਿੱਦਾਂ ਅੱਜ ਕੱਲ੍ਹ ਵੀ ਯੂਟੀਸ ਹੈਗੀਆਂ ਨੇ, ਯੂਟੀਸ ਕੀ ਨੇ? ਆਪਣੀਆਂ ਯੂਨੀਅਨ ਟੈਰੀਟਰੀਜ਼। ਯੂਨੀਅਨ ਟੈਰੀਟਰੀਜ਼ ਦੇ ਵਿੱਚ ਕੀ ਹੁੰਦਾ ਵਾ? ਕਮਿਸ਼ਨਰ ਉੱਥੇ ਬਿਠਾਇਆ ਜਾਂਦਾ ਵਾ। ਠੀਕ ਹੈ, ਇਸੇ ਤਰ੍ਹਾਂ ਬ੍ਰਿਟਿਸ਼ਰ ਦੇ ਟਾਈਮ ਪੀਰੀਅਡ ਤੇ 4 ਜਿਹੜੇ ਆਪਣਾ ਚੀਫ ਕਮਿਸ਼ਨਰ ਏਰੀਆ ਸੀਗੇ ਜਿਨ੍ਹਾਂ ਤੋਂ ਕਿ ਇਹਨਾਂ ਨੇ 4 ਮੈਂਬਰ ਲਏ ਸੀਗੇ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਜਿਹੜਾ ਕੌਂਸਟੀਟਿਊਐਂਟ ਅਸੈਂਬਲੀ ਬਣਾਉਣ ਦੇ ਲਈ ਇੱਕ ਜਿਹੜੀ ਸੀਗੀ ਡਰਾਫਟਿੰਗ ਕਮੇਟੀ ਬਣਾਈ ਗਈ ਸੀਗੀ। ਕੌਂਸਟੀਟਿਊਐਂਟ ਅਸੈਂਬਲੀ ਦੀ ਇੱਕ ਡਰਾਫਟਿੰਗ ਕਮੇਟੀ ਸੀਗੀ। ਡਰਾਫਟਿੰਗ ਕਮੇਟੀ ਨੂੰ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ ਖਰੜਾ ਕਮੇਟੀ। ਖਰੜਾ ਕਮੇਟੀ ਉਹ ਸੀਗੀ ਕਿ ਜਿੰਨੀਆਂ ਵੀ ਬਾਕੀ ਕਮੇਟੀ ਸੀ ਉਹਨਾਂ ਨੇ ਰਿਪੋਰਟ ਜਿਹੜੀ ਬਣਾ ਕੇ ਇਹਨੂੰ ਖਰੜਾ ਕਮੇਟੀ ਨੂੰ ਦੇਣੀ ਸੀਗੇ ਤੇ ਫਾਈਨਲਾਈਜ਼ ਇਹਨੇ ਕਰਨਾ ਸੀਗਾ ਕਿ ਕੌਂਸਟੀਟਿਊਸ਼ਨ ਜਿਹੜਾ ਇੰਡੀਆ ਦਾ ਹੈਗਾ ਉਹ ਸਹੀ ਹੈ ਕਿ ਗਲਤ ਹੈ। ਤੇ ਇਹਦੇ ਚੇਅਰਮੈਨ ਬਣਾਇਆ ਗਿਆ ਸੀ ਡਾਕਟਰ BR ਅੰਬੇਦਕਰ ਨੂੰ, ਇਸ ਕਰਕੇ ਉਹਨਾਂ ਨੂੰ ਫਾਦਰ ਆਫ ਦਾ ਇੰਡੀਅਨ ਕੌਂਸਟੀਟਿਊਸ਼ਨ ਕਿਹਾ ਜਾਂਦਾ। ਫਿਰ ਤੋਂ ਸੁਣ ਲਓ ਕਿ ਜਿੰਨਾ ਕੌਂਸਟੀਟਿਊਐਂਟ ਅਸੈਂਬਲੀ ਦੇ ਜਿੰਨੇ ਵੀ ਮੈਂਬਰ ਸੀਗੇ ਜਾਂ ਜਿੰਨੀਆਂ ਵੀ ਕਮੇਟੀ ਬਣਾਈਆਂ ਗਈਆਂ ਸੀਗੀਆਂ ਉਹਨਾਂ ਨੇ ਰਿਪੋਰਟ ਪੇਸ਼ ਕਰਨੀ ਸੀ ਡਰਾਫਟਿੰਗ ਕਮੇਟੀ ਨੂੰ। ਡਰਾਫਟਿੰਗ ਕਮੇਟੀ ਨੂੰ ਪੰਜਾਬੀ ਵਿੱਚ ਖਰੜਾ ਕਮੇਟੀ ਕਹਿੰਦੇ ਸੀਗੇ। ਇਹਦਾ ਜਿਹੜਾ ਚੇਅਰਮੈਨ ਬਣਾਇਆ ਡਾਕਟਰ BR ਅੰਬੇਦਕਰ ਨੂੰ ਬਣਾਇਆ ਗਿਆ ਸੀਗਾ। ਕਹਿਣ ਦਾ ਭਾਵ ਕਿ ਜਿੰਨਾ ਵੀ ਭਾਰਤ ਦਾ ਸੰਵਿਧਾਨ ਬਣਨਾ ਸੀਗਾ ਉਹਨੂੰ ਫਾਈਨਲਾਈਜ਼ ਕਰਨ ਦਾ ਕੰਮ ਕਿਹਨੂੰ ਦਿੱਤਾ ਗਿਆ ਸੀ? ਡਾਕਟਰ BR ਅੰਬੇਦਕਰ ਨੂੰ। ਇਸ ਕਰਕੇ ਇਹਨੂੰ ਫਾਦਰ ਆਫ ਦਾ ਇੰਡੀਅਨ ਕੌਂਸਟੀਟਿਊਸ਼ਨ ਕਿਹਾ ਜਾਂਦਾ। ਬਹੁਤ ਹੀ ਇੰਪੋਰਟੈਂਟ ਹੈਗਾ। ਇਹਨਾਂ ਨੂੰ ਫਾਦਰ ਆਫ ਇੰਡੀਅਨ ਕੌਂਸਟੀਟਿਊਸ਼ਨ ਦੇ ਨਾਲ ਨਾਲ ਆਰਕੀਟੈਕਟ ਵੀ ਕਿਹਾ ਜਾਂਦਾ। ਪੇਪਰ ਵਿੱਚ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ who was known as the architect of the Indian Constitution। ਜਾਂ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ who was the father of Indian Constitution। ਜਾਂ ਫਿਰ ਤੁਹਾਨੂੰ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ who was the chairman of drafting committee। ਟੋਟਲ ਇਹਦੇ 7 ਮੈਂਬਰ ਸੀਗੇ ਤੇ ਇੱਕ ਚੇਅਰਮੈਨ ਸੀਗੇ। ਚੇਅਰਮੈਨ ਕੌਣ ਸੀਗੇ? ਡਾਕਟਰ BR ਅੰਬੇਦਕਰ ਸੀਗੇ। ਹੋਪ ਹੈ ਕਿ ਤੁਹਾਨੂੰ ਇੰਨਾ ਲੈਕਚਰ ਜਿਹੜਾ ਸਮਝ ਲੱਗ ਗਿਆ ਹੋਵੇਗਾ। ਹੁਣ ਆਪਾਂ ਗੱਲ ਕਰਦੇ ਹਾਂ ਕਿ ਇਨੈਕਟਮੈਂਟ ਆਫ ਦਾ ਕੌਂਸਟੀਟਿਊਸ਼ਨ, ਕਿ ਭਾਰਤ ਦਾ ਸੰਵਿਧਾਨ ਜਿਹੜਾ ਲਾਗੂ ਕਿੱਦਾਂ ਹੋਇਆ ਸੀਗਾ। ਹੁਣ ਬੜੀ ਵਾਰੀ ਪੇਪਰ ਵਿੱਚ ਕੁਐਸਚਨ ਪੁੱਛਿਆ ਜਾਂਦਾ ਕਿ ਜਿਹੜੀ ਭਾਰਤ ਦੀ ਸੰਵਿਧਾਨਿਕ ਸਭਾ ਸੀਗੀ ਉਹਨੇ ਕਿੰਨਾ ਸਮਾਂ ਲਿਆ ਸੀਗਾ ਭਾਰਤ ਦਾ ਸੰਵਿਧਾਨ ਬਣਾਉਣ ਵਾਸਤੇ? 2 ਸਾਲ 11 ਮਹੀਨੇ ਤੇ 18 ਦਿਨਾਂ ਦਾ ਸਮਾਂ ਲਿਆ ਸੀਗਾ। ਕਹਿਣ ਦਾ ਭਾਵ ਕਿ 9 ਦਸੰਬਰ 1946 ਨੂੰ ਪਹਿਲੀ ਮੀਟਿੰਗ ਸੀਗੀ ਤੇ ਲਾਸਟ ਇਹਨਾਂ ਦੀ ਹੋਈ ਸੀਗੀ 26 ਨਵੰਬਰ 1949 ਨੂੰ। ਇਹ ਟੋਟਲ ਜਿਹੜਾ ਸਮਾਂ ਜਿਹੜਾ ਬਣਦਾ ਸੀਗਾ 2 ਸਾਲ 11 ਮਹੀਨੇ ਤੇ 18 ਦਿਨਾਂ ਦਾ ਸੀਗਾ। ਇਨੇ ਟਾਈਮ ਦੇ ਵਿੱਚ ਜਿਹੜਾ ਭਾਰਤ ਦਾ ਸੰਵਿਧਾਨ ਬਣਿਆ ਸੀਗਾ। ਹੁਣ ਆਪਾਂ ਗੱਲ ਕਰਦੇ ਕਿ ਕੁਝ ਪ੍ਰੋਵੀਜ਼ਨ ਜਿਹੜੀਆਂ ਸੀਗੀਆਂ 26 ਨਵੰਬਰ ਨੂੰ ਇਹ ਬਣ ਕੇ ਤਿਆਰ ਹੋ ਗਿਆ ਸੀਗਾ ਪਰ ਇਹਨੂੰ ਲਾਗੂ ਨਹੀਂ ਕੀਤਾ ਗਿਆ ਸੀਗਾ। ਉਹਦਾ ਇੱਕ ਕਾਰਨ ਸੀ, ਮੈਂ ਤੁਹਾਨੂੰ ਅੱਗੇ ਦੱਸਦੀ ਹਾਂ। ਹੁਣ 26 ਨਵੰਬਰ ਨੂੰ ਜਦੋਂ ਭਾਰਤ ਦਾ ਸੰਵਿਧਾਨ ਲਾਗੂ ਹੋ ਗਿਆ ਸੀਗਾ ਤੇ ਕੁਝ ਪ੍ਰੋਵੀਜ਼ਨ ਨੂੰ ਉਸੇ ਟਾਈਮ ਤੇ ਹੀ ਲਾਗੂ ਕਰ ਦਿੱਤਾ ਗਿਆ ਸੀ ਕਿਉਂਕਿ ਬਹੁਤ ਜ਼ਰੂਰੀ ਸੀਗਾ ਉਸ ਟਾਈਮ ਤੇ ਲਾਗੂ ਕਰਨਾ। ਜਿਹਦਾ ਸਿਟੀਜ਼ਨਸ਼ਿਪ ਵਾਲੀ ਪ੍ਰੋਵੀਜ਼ਨ ਸੀ, ਇਲੈਕਸ਼ਨਸ ਦੀ ਪ੍ਰੋਵੀਜ਼ਨ ਸੀਗੀ, ਪ੍ਰੋਵੀਜ਼ਨਲ ਪਾਰਲੀਮੈਂਟ ਸੀਗੀ। ਇਹ ਜਿਹੜੀਆਂ ਪ੍ਰੋਵੀਜ਼ਨ ਸੀ ਉਹਨਾਂ ਨੂੰ ਇਮੀਡੀਏਟ ਇਫੈਕਟ ਦੇ ਨਾਲ ਲਾਗੂ ਕਰ ਦਿੱਤਾ ਸੀਗੀ। ਠੀਕ ਹੈ, ਅਡਾਪਟ ਜਿਹੜਾ ਹੀ ਭਾਰਤੀ ਸੰਵਿਧਾਨ ਨੂੰ ਜਿਹੜਾ 26 ਨਵੰਬਰ 1949 ਨੂੰ ਕੀਤਾ ਗਿਆ ਸੀਗਾ ਜਿਹਦੇ ਵਿੱਚ ਇੱਕ ਪ੍ਰੀਐਂਬਲ ਸੀਗਾ, 395 ਆਰਟੀਕਲ ਸੀਗੇ, 22 ਪਾਰਟ ਵਿੱਚ ਇਹਨੂੰ ਡਿਵਾਈਡ ਕੀਤਾ ਗਿਆ ਸੀ ਤੇ 8 ਸ਼ਡਿਊਲ ਸੀਗੇ। ਯਾਦ ਰੱਖਣਾ ਹੁਣ ਜਿਹੜਾ ਹੈਗਾ ਵਾ ਆਪਣੇ ਆਰਟੀਕਲਸ ਜਿਹੜੇ ਹੈਗੇ ਆ 445 ਦੇ ਕਰੀਬ ਆਰਟੀਕਲ ਨੇ। ਠੀਕ ਹੈ, ਇਹ ਜਿਹੜੇ ਹੈਗੇ ਨੇ 25 ਪਾਰਟਸ ਨੇ ਇਹਦੇ ਕੌਂਸਟੀਟਿਊਸ਼ਨ ਦੇ ਤੇ 12 ਜਿਹੜੇ ਸ਼ਡਿਊਲ ਨੇ ਇਹਨਾਂ ਨੂੰ ਬਾਅਦ ਵਿੱਚ ਅਮੈਂਡ ਕਰਕੇ ਵਧਾਇਆ ਗਿਆ ਸੀਗਾ। ਓਰੀਜਨਲੀ ਅਗਰ ਤੁਹਾਨੂੰ ਪੁੱਛਿਆ ਜਾਏ ਕਿ ਇੰਡੀਅਨ ਕੌਂਸਟੀਟਿਊਸ਼ਨ ਦੇ ਕਿੰਨੇ ਆਰਟੀਕਲ ਸੀਗੇ 395 ਆਉਣਗੇ। ਜੇ ਓਰੀਜਨਲੀ ਤੁਹਾਨੂੰ ਪਾਰਟ ਪੁੱਛੇ ਜਾਣ ਤੇ 22 ਆਉਣਗੇ ਤੇ ਓਰੀਜਨਲੀ ਜੇ ਤੁਹਾਨੂੰ ਸ਼ਡਿਊਲ ਪੁੱਛੇ ਜਾਣ ਤੇ 8 ਆਉਣਗੇ। ਇਹ ਕਦੋਂ ਦੀ ਗੱਲ ਹੈਗੀ? 26 ਨਵੰਬਰ 1949 ਦੀ। ਠੀਕ ਹੈ, ਪ੍ਰੈਜ਼ੈਂਟਲੀ ਜਿਹੜੇ ਹੈਗੇ ਨੇ 448 ਦੇ ਕਰੀਬ ਆਰਟੀਕਲਸ ਨੇ, 25 ਪਾਰਟ ਵਿੱਚ ਇਹਨੂੰ ਡਿਵਾਈਡ ਕੀਤਾ ਗਿਆ ਵਾ ਤੇ 12 ਜਿਹੜੇ ਹੈਗੇ ਨੇ ਇਹਦੇ ਸ਼ਡਿਊਲ ਨੇ। ਇਹ ਜਿਹੜਾ ਸੀਗਾ 26 ਨਵੰਬਰ ਨੂੰ ਅਡਾਪਟ ਕੀਤਾ ਗਿਆ ਸੀਗਾ ਬਟ ਇਹਨੂੰ ਲਾਗੂ ਕਦੋਂ ਕੀਤਾ ਗਿਆ ਸੀਗਾ? 26 ਜਨਵਰੀ 1949 ਨੂੰ। ਠੀਕ ਹੈ, 26 ਜਨਵਰੀ 1949 ਨੂੰ ਜਿਹੜਾ ਸੀਗਾ ਇਹਨੂੰ ਲਾਗੂ ਕੀਤਾ ਗਿਆ ਸੀ। 26 ਨਵੰਬਰ ਨੂੰ ਇਹਨੂੰ ਅਡਾਪਟ ਕੀਤਾ ਗਿਆ ਸੀ। ਹੁਣ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਇੰਡੀਆ ਦਾ ਕੌਂਸਟੀਟਿਊਸ਼ਨ ਕਦੋਂ ਅਡਾਪਟ ਕੀਤਾ ਗਿਆ ਸੀ? ਆਨਸਰ ਕੀ ਆਏਗਾ? 26 ਨਵੰਬਰ 1949 ਤੇ ਜਿਹੜਾ ਸੀਗਾ
ਭਾਰਤ ਦਾ ਕਨਸਟੀਟਿਊਸ਼ਨ ਜਿਹੜਾ ਕਦੋਂ ਲਾਗੂ ਕੀਤਾ ਗਿਆ ਸੀ 26 ਜਨਵਰੀ 1950 ਨੂੰ ਜਿਹੜਾ ਸੀਗਾ ਲਾਗੂ ਕੀਤਾ ਗਿਆ ਸੀਗਾ। ਹੁਣ ਇਹ 26 ਜਨਵਰੀ ਨੂੰ ਹੀ ਕਿਉਂ ਲਾਗੂ ਕੀਤਾ ਗਿਆ ਸੀ, ਦਾ ਇੱਕ ਕਾਰਨ ਸੀਗਾ ਕਿ 1929 ਨੂੰ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਸੀਗੀ, ਠੀਕ ਹੈ, ਭਾਰਤ ਦੀ ਮੇਨ ਜਿਹੜੀ ਕਮੇਟੀ ਸੀਗੀ, ਮੇਨ ਜਿਹੜੀ ਪਾਰਟੀ ਸੀਗੀ ਇੰਡੀਅਨ ਨੈਸ਼ਨਲ ਕਾਂਗਰਸ, ਇਹਨਾਂ ਦੇ ਦੁਆਰਾ ਜਿਹੜਾ ਸੀਗਾ ਦਸੰਬਰ 1929 ਨੂੰ ਜਿਹੜਾ ਸੀਗਾ ਲਾਹੌਰ ਦੇ ਵਿੱਚ ਇੱਕ ਸੈਸ਼ਨ ਕੀਤਾ ਗਿਆ ਸੀਗਾ। ਲਾਹੌਰ ਸੈਸ਼ਨ ਦੇ ਵਿੱਚ ਇਹਨਾਂ ਨੇ ਕੀ ਕਿਹਾ ਸੀਗਾ ਕਿ ਆਪਾਂ ਭਾਰਤ ਦਾ ਫਸਟ ਇੰਡੀਪੈਂਡੈਂਸ ਡੇ ਮਨਾਵਾਂਗੇ 26 ਜਨਵਰੀ 1930 ਨੂੰ, ਠੀਕ ਹੈ। ਤੇ ਪਹਿਲਾ ਜਿਹੜਾ ਸੀਗਾ ਇਸ ਪਾਰਟੀ ਦੁਆਰਾ ਭਾਰਤ ਦਾ ਇੰਡੀਪੈਂਡੈਂਸ ਡੇ ਮਨਾਇਆ ਗਿਆ ਸੀ 26 ਜਨਵਰੀ 1930 ਨੂੰ, ਇਸ ਕਰਕੇ 26 ਜਨਵਰੀ ਦਾ ਦਿਨ ਰੱਖਿਆ ਗਿਆ ਸੀਗਾ ਕਿ ਭਾਰਤ ਦੇ ਸੰਵਿਧਾਨ ਨੂੰ ਲਾਗੂ ਕਰਾਂਗੇ। ਤੇ ਜਿਹੜਾ ਭਾਰਤ ਦਾ ਸੰਵਿਧਾਨ ਹੀ 26 ਜਨਵਰੀ 1950 ਨੂੰ ਲਾਗੂ ਕਰ ਦਿੱਤਾ ਗਿਆ ਸੀਗਾ, ਠੀਕ ਹੈ। ਜਿਹੜਾ ਇਹ ਪੂਰਨ ਸਵਰਾਜ ਦਾ ਡੇ ਸੀਗਾ ਲਾਹੌਰ ਸੈਸ਼ਨ ਦਾ, ਇਹਨੂੰ ਚੇਅਰ ਕੀਤਾ ਸੀ ਜਵਾਹਰ ਲਾਲ ਨਹਿਰੂ ਨੇ, ਜਿਹੜਾ ਕਿ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਦਸੰਬਰ 1929 ਨੂੰ ਜਿਹੜਾ ਸੈਸ਼ਨ ਹੋਇਆ ਸੀ ਇੰਡੀਅਨ ਨੈਸ਼ਨਲ ਕਾਂਗਰਸ ਦਾ, ਉੱਥੇ ਇਹਨਾਂ ਨੇ ਇੱਕ ਮਤਾ ਪਾਸ ਕੀਤਾ ਸੀ। ਮਤਾ ਕਿਹੜਾ ਸੀ? ਪੂਰਨ ਸਵਰਾਜ ਦਾ, ਮਤਲਬ ਕੰਪਲੀਟ ਇੰਡੀਪੈਂਡੈਂਸ ਦਾ ਲਾਹੌਰ ਸੈਸ਼ਨ ਸੀਗਾ। ਤੇ ਇਹ ਜਿਹੜਾ ਸੈਸ਼ਨ ਦੇ ਚੇਅਰਮੈਨ ਕੌਣ ਸੀਗੇ 1929 ਦੇ? ਆਪਣਾ ਜਵਾਹਰ ਲਾਲ ਨਹਿਰੂ ਸੀਗੇ, ਠੀਕ ਹੈ। ਹੁਣ ਜਿਹੜਾ ਸੀਗਾ ਇਹ ਇਸ ਕਰਕੇ ਜਿਹੜਾ ਸੀਗਾ ਭਾਰਤ ਦਾ ਸੰਵਿਧਾਨ ਕੇਮ ਇਨਟੂ ਫੋਰਸ ਕਦੋਂ ਆਇਆ ਸੀਗਾ? 26 ਜਨਵਰੀ 1950 ਨੂੰ। ਤੇ 26 ਜਨਵਰੀ ਦਾ ਜਿਹੜਾ ਦਿਨ ਆ ਨਾ ਉਹ ਆਪਾਂ ਰਿਪਬਲਿਕ ਡੇ ਕਹਿੰਦੇ ਆ, ਹਰ ਸਾਲ ਮਨਾਇਆ ਜਾਂਦਾ ਹੈਗਾ, ਰਿਪਬਲਿਕ ਡੇ ਆਫ ਇੰਡੀਆ ਦੇ ਨਾਂ ਨਾਲ ਜਾਣਦੇ ਹੈਗੇ ਆ। ਹੁਣ ਭਾਰਤੀ ਸੰਵਿਧਾਨਿਕ ਸਭਾ ਜਿਹੜੀ ਸੀਗੀ ਨੇ ਇੰਡੀਆ ਦਾ ਫਲੈਗ ਜਿਹੜਾ ਸੀ ਅਡਾਪਟ ਕੀਤਾ 22 ਜੁਲਾਈ 1947 ਨੂੰ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ ਕਿ ਇਹਨੂੰ ਜਿਹੜਾ ਸੀਗਾ ਡਿਜ਼ਾਈਨ ਕਿੰਨੇ ਕੀਤਾ ਸੀ? ਪਿੰਗਲਈ ਵੈਂਕਈਆ ਨੇ। ਤੁਸੀਂ ਸਾਡੇ ਚੈਨਲ ਦੇ ਵਿੱਚ ਪਹਿਲਾਂ ਵੀ ਮੈਂ ਇੰਡੀਅਨ ਪੋਲਿਟੀ ਦਾ ਇੱਕ ਲੈਕਚਰ ਪਾਇਆ ਜਿਹਦੇ ਵਿੱਚ ਕਾਫੀ ਡਿਟੇਲ ਦੇ ਵਿੱਚ ਇੰਡੀਆ ਦੇ ਨੈਸ਼ਨਲ ਸਿੰਬਲਸ ਦੇ ਬਾਰੇ ਮੈਂ ਤੁਹਾਨੂੰ ਕਰਵਾਇਆ ਵਾ, ਉਹ ਤੁਸੀਂ ਲੈਕਚਰ ਦੇਖ ਸਕਦੇ ਹੋ, ਜਿਹੜਾ ਕਿ ਪੀਟੈਟ ਲਈ, ਮਾਸਟਰ ਕੇਡਰ ਲਈ ਤੇ ਅਦਰ ਕੰਪੀਟੀਟਿਵ ਐਗਜ਼ਾਮਸ ਲਈ ਕਾਫੀ ਜ਼ਿਆਦਾ ਜ਼ਰੂਰੀ ਹੈਗਾ ਵਾ, ਠੀਕ ਹੈ। ਇੱਥੇ ਗੱਲ ਕੀਤੀ ਗਈ ਨੈਸ਼ਨਲ ਫਲੈਗ ਦੀ। ਕਨਸਟੀਟਿਊਐਂਟ ਅਸੈਂਬਲੀ ਨੇ ਕਦੋਂ ਅਡਾਪਟ ਕੀਤਾ ਸੀ? 22 ਜੁਲਾਈ 1947 ਨੂੰ। ਤੇ ਇੰਡੀਆ ਦਾ ਫਲੈਗ ਕਿੰਨੇ ਜਿਹੜਾ ਡਿਜ਼ਾਈਨ ਕੀਤਾ ਸੀਗਾ? ਪਿੰਗਲਈ ਵੈਂਕਈਆ ਨੇ, ਜਿਹੜੇ ਕਿ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਸੀਗੇ, ਠੀਕ ਹੈ। ਹੁਣ ਆਪਾਂ ਗੱਲ ਕਰਦੇ ਕਿ ਜਿਹੜੀ ਸਾਡੀ ਅਸਥਾਈ ਗਵਰਨਮੈਂਟ ਬਣੀ ਸੀ 1946 ਦੇ ਵਿੱਚ, ਇੰਟੈਰਿਮ ਨੂੰ ਆਪਾਂ ਕੀ ਕਹਿ ਦਿੰਦੇ ਆ? ਅਸਥਾਈ, ਠੀਕ ਹੈ। ਅਸਥਾਈ ਸਰਕਾਰ ਕਿਉਂ ਬਣਾਈ ਗਈ ਸੀ? ਕੁਝ ਸਮੇਂ ਲਈ, ਤਾਂ ਜੋ ਸਾਡਾ ਇੰਡੀਆ ਦਾ ਕਨਸਟੀਟਿਊਸ਼ਨ ਹੈਗਾ ਵਾ ਜਦੋਂ ਤੱਕ ਨਹੀਂ ਬਣਦਾ ਉਦੋਂ ਤੱਕ ਇਹ ਅਸਥਾਈ ਤੌਰ ਤੇ ਕੰਮ ਕਰ ਸਕੇ, ਇਸ ਕਰਕੇ ਜਿਹੜੀ ਸਰਕਾਰ ਬਣਾਈ ਗਈ ਸੀਗੀ। ਇਹਦੇ ਕੁਝ ਡਿਪਾਰਟਮੈਂਟ ਬਣਾਏ ਗਏ ਸੀਗੇ, ਠੀਕ ਹੈ, ਜਿਨ੍ਹਾਂ ਦੇ ਕੁਝ ਮੈਂਬਰ ਸੀਗੇ ਬਹੁਤ ਇੰਪੋਰਟੈਂਟ ਹੈਗੇ, ਪੇਪਰ ਵਿੱਚ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ। ਜਿੱਦਾਂ ਪੋਰਟਫੋਲੀਓ, ਜਿੱਦਾਂ ਐਕਸਟਰਨਲ ਅਫੇਅਰ ਤੇ ਕਾਮਨਵੈਲਥ ਰਿਲੇਸ਼ਨ ਦਾ ਸੀਗਾ, ਇਹਦੇ ਚੇਅਰਮੈਨ ਕਿਹਨੂੰ ਬਣਾਇਆ ਗਿਆ ਸੀ? ਆਪਣਾ ਜਵਾਹਰ ਲਾਲ ਨਹਿਰੂ ਨੂੰ। ਦੂਸਰਾ ਹੈਗਾ ਹੋਮ ਇਨਫੋਰਮੇਸ਼ਨ ਤੇ ਬ੍ਰੌਡਕਾਸਟਿੰਗ ਦੇ ਜਿਹੜਾ ਚੇਅਰਮੈਨ ਬਣਾਇਆ ਗਿਆ ਸੀ ਇਹ ਕਮੇਟੀ ਦੇ, ਸਰਦਾਰ ਵੱਲਭ ਭਾਈ ਪਟੇਲ ਨੂੰ। ਫੂਡ ਐਂਡ ਐਗਰੀਕਲਚਰ ਦੇ ਬਣਾਇਆ ਗਿਆ ਡਾਕਟਰ ਰਜਿੰਦਰ ਪ੍ਰਸਾਦ ਨੂੰ। ਇੰਡਸਟਰੀਜ਼ ਐਂਡ ਸਪਲਾਈਜ਼ ਦੇ ਬਣਾਇਆ ਗਿਆ ਸੀ ਡਾਕਟਰ ਜੌਨ ਮੈਥਾਈ ਨੂੰ। ਲੇਬਰ ਦੇ ਜਗਜੀਵਨ ਰਾਮ ਨੂੰ। ਡਿਫੈਂਸ ਦੇ ਸਰਦਾਰ ਬਲਦੇਵ ਸਿੰਘ ਨੂੰ। ਵਰਕ ਮਾਈਨਸ ਐਂਡ ਪਾਵਰ ਦੇ CH ਬਾਬਾ ਨੂੰ, ਠੀਕ ਹੈ। ਇਸ ਤੋਂ ਇਲਾਵਾ ਫਾਈਨਾਂਸ ਦਾ ਜਿਹੜਾ ਸੀਗਾ ਮੈਂਬਰ ਬਣਾਇਆ ਗਿਆ ਲਿਆਕਤ ਅਲੀ ਖਾਨ ਨੂੰ। ਪੋਸਟ ਐਂਡ ਏਅਰ ਦਾ ਬਣਾਇਆ ਗਿਆ ਸੀਗਾ ਅਬਦੁਰ ਰੱਬ ਨਿਸ਼ਤਾਰ ਨੂੰ। ਰੇਲਵੇਜ਼ ਐਂਡ ਟਰਾਂਸਪੋਰਟ ਦੇ ਬਣਾਇਆ ਗਿਆ ਅਸਫ ਅਲੀ ਨੂੰ। ਐਜੂਕੇਸ਼ਨ ਐਂਡ ਆਰਟਸ ਦੇ ਸੀ ਰਾਜਾ ਗੋਪਾਲਾਚਾਰੀ। ਕਾਮਰਸ ਦੇ ਸੀਗੇ ਆਪਣੇ ਸੈਕਿੰਡ ਚੁੰਦਰੀਗਰ। ਹੈਲਥ ਦੇ ਬਣਾਇਆ ਗਿਆ ਸੀਗਾ ਗਜ਼ਨਫਰ ਅਲੀ ਖਾਨ ਨੂੰ। ਤੇ ਲਾਅ ਦੇ ਬਣਾਇਆ ਗਿਆ ਸੀ ਜੋਗਿੰਦਰ ਨਾਥ ਮੰਡਲ ਨੂੰ। ਬਹੁਤ ਇੰਪੋਰਟੈਂਟ ਕਮੇਟੀਜ਼ ਹੈਗੇ ਇਹਨਾਂ ਵਿੱਚ ਇੰਪੋਰਟੈਂਟ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜਿਹੜੀ ਕਿ ਤੁਸੀਂ ਲਰਨ ਕਰਨੀ ਹੈ। ਸਭ ਤੋਂ ਪਹਿਲਾਂ ਜਵਾਹਰ ਲਾਲ ਨਹਿਰੂ ਦੀ ਜਿਹੜੀ ਕਮੇਟੀ ਸੀ ਜਾਂ ਡਿਪਾਰਟਮੈਂਟ ਸੀ ਐਕਸਟਰਨਲ ਅਫੇਅਰ ਐਂਡ ਕਾਮਨ ਵੈਲਥ ਰਿਲੇਸ਼ਨ, ਬਹੁਤ ਇੰਪੋਰਟੈਂਟ ਹੈ। ਸਰਦਾਰ ਵੱਲਭ ਭਾਈ ਪਟੇਲ ਵਾਲਾ ਬਹੁਤ ਇੰਪੋਰਟੈਂਟ ਹੈਗਾ ਜੀ। ਡਾਕਟਰ ਰਜਿੰਦਰ ਪ੍ਰਸਾਦ ਫੂਡ ਐਂਡ ਐਗਰੀਕਲਚਰ ਵਾਲਾ ਇੰਪੋਰਟੈਂਟ ਹੈ। ਸਰਦਾਰ ਬਲਦੇਵ ਸਿੰਘ ਦਾ ਡਿਫੈਂਸ ਦਾ ਇੰਪੋਰਟੈਂਟ ਹੈਗਾ ਵਾ। ਲਿਆਕਤ ਅਲੀ ਖਾਨ ਫਾਈਨਾਂਸ ਦੇ ਬਣਾਏ ਸੀਗੇ। ਤੇ ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੁੰਦੀ ਹੈ ਤੇ ਪਾਕਿਸਤਾਨ ਚਲੇ ਗਏ ਸੀਗੇ ਤੇ ਪਾਕਿਸਤਾਨ ਦੇ ਵਿੱਚ ਵੀ ਇਹਨਾਂ ਨੂੰ ਫਾਈਨਾਂਸ ਦੇ ਹੀ ਮਿਨਿਸਟਰ ਬਣਾਇਆ ਗਿਆ ਸੀਗਾ। ਸੀ ਰਾਜਾ ਗੋਪਾਲਾਚਾਰੀ ਜਿਹੜੇ ਸੀ ਐਜੂਕੇਸ਼ਨ ਐਂਡ ਆਰਟਸ ਦੇ ਸੀਗੇ, ਬਹੁਤ ਇੰਪੋਰਟੈਂਟ ਹੈਗੇ, ਤੁਸੀਂ ਯਾਦ ਰੱਖਣਾ। ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਸੀਗਾ ਪ੍ਰੀਐਂਬਲ ਦੇ ਬਾਰੇ ਮੈਂ ਅਲੱਗ ਤੋਂ ਲੈਕਚਰ ਬਣਾਇਆ, ਤੁਸੀਂ ਚੈਨਲ ਤੇ ਜਾ ਕੇ ਤਾਂ ਆਪਣਾ ਪ੍ਰੀਐਂਬਲ ਦਾ ਲੈਕਚਰ ਸੁਣ ਸਕਦੇ ਹੋ, ਜਿਹੜਾ ਕਿ ਕਾਫੀ ਡਿਟੇਲ ਦੇ ਵਿੱਚ ਬਣਾਇਆ ਗਿਆ ਵਾ। ਹੁਣ ਪ੍ਰੀਐਂਬਲ ਆਪਾਂ ਕਿਹਨੂੰ ਕਹਿੰਦੇ ਆ? ਪ੍ਰੀਫੇਸ ਨੂੰ ਜਾਂ ਕਿ ਇੰਟਰੋਡਕਸ਼ਨ ਹੁੰਦੀ ਹੈ। ਮੰਨ ਲਓ ਤੁਸੀਂ ਕੋਈ ਬੁੱਕ ਖੋਲਦੇ ਹੋ, ਠੀਕ ਹੈ, ਬੁੱਕ ਖੋਲਦੇ ਹੋ ਤਾਂ ਫਸਟ ਪੇਜ ਉੱਤੇ ਲਿਖਿਆ ਹੁੰਦਾ ਪ੍ਰੀਫੇਸ। ਪ੍ਰੀਫੇਸ ਦੇ ਵਿੱਚ ਕੀ ਦਿੱਤਾ ਗਿਆ ਹੁੰਦਾ ਕਿ ਉਸ ਬੁੱਕ ਦੀ ਸਾਈਕੋਲੋਜੀ, ਕੋਈ ਫਿਲੋਸਫੀ ਕੀ ਹੈਗੀ ਹੈ, ਮਤਲਬ ਜਿਹਨੇ ਵੀ ਕਿਤਾਬ ਲਿਖੀ ਉਹਦੇ ਵਿੱਚ ਉਹਦਾ ਕੀ ਆਈਡੀਆ ਹੈਗਾ ਵਾ, ਕਿਸ ਬਾਰੇ ਕਿਤਾਬ ਲਿਖੀ,
ਇੰਟਰੋਡਕਸ਼ਨ ਦਿੱਤੀ ਹੁੰਦੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਇੰਡੀਆ ਦਾ ਕਨਸਟੀਟਿਊਸ਼ਨ ਉਹ ਖੋਲਦੇ ਆ ਤੇ ਸਭ ਤੋਂ ਪਹਿਲਾਂ ਪ੍ਰੀਫੇਸ ਜਾਂ ਇੰਟਰੋਡਕਸ਼ਨ ਆਉਂਦੀ, ਜਿਹਨੂੰ ਕਿ ਆਪਾਂ ਪ੍ਰੀਐਂਬਲ ਕਹਿ ਦਿੰਦੇ ਹੈਗੇ ਆ। ਠੀਕ ਹੈ। ਉਸ ਤੋਂ ਬਾਅਦ ਜਿਹੜਾ ਹੈਗਾ ਵਾ ਜਿਹੜਾ ਬੇਸਡ ਹੈਗਾ ਸਪਿਰਿਟ ਆਫ ਦਾ ਪ੍ਰੀਐਂਬਲ ਤੇ ਬੇਸਡ ਹੈਗਾ ਵਾ। ਆਬਜੈਕਟਿਵ ਰੈਜ਼ੋਲੂਸ਼ਨ ਤੇ ਬੇਸਡ ਹੈ, ਜਿਹੜਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਪੇਸ਼ ਕੀਤਾ ਸੀ। ਬਹੁਤ ਇੰਪੋਰਟੈਂਟ ਹੈ ਕਿ ਭਾਰਤ ਦਾ ਜਿਹੜਾ ਕਨਸਟੀਟਿਊਸ਼ਨ ਦਾ ਪ੍ਰੀਐਂਬਲ ਉਹ ਕਿਤੇ ਬੇਸਡ ਹੈ, ਆਬਜੈਕਟਿਵ ਰੈਜ਼ੋਲੂਸ਼ਨ ਤੇ। ਆਬਜੈਕਟਿਵ ਰੈਜ਼ੋਲੂਸ਼ਨ ਜਿਹੜਾ ਸੀ ਕਨਸਟੀਟਿਊਐਂਟ ਅਸੈਂਬਲੀ ਦੇ ਸਾਹਮਣੇ ਕਿੰਨੇ ਪੇਸ਼ ਕੀਤਾ ਹੈ? ਜਵਾਹਰ ਲਾਲ ਨਹਿਰੂ ਨੇ। ਬਹੁਤ ਹੀ ਇੰਪੋਰਟੈਂਟ ਹੈਗਾ ਜੀ। ਇਹਦੀ ਡੇਟ ਵੀ ਮੈਂ ਪਿਛਲੇ ਲੈਕਚਰ ਦੇ ਵਿੱਚ ਦੱਸੀ ਹੈਗੀ ਹੈ। ਹੁਣ ਗੱਲ ਕਰਦੇ ਹਾਂ, ਪੇਪਰ ਵਿੱਚ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਜਿਹੜਾ ਆਈਡੀਆ ਹੈਗਾ ਪ੍ਰੀਐਂਬਲ ਦਾ ਆਪਾਂ ਕਿਹੜੇ ਕਨਸਟੀਟਿਊਸ਼ਨ ਤੋਂ ਲਿਆ? ਯੂਐਸਏ ਤੋਂ। ਯੂਐਸਏ ਦਾ ਕਨਸਟੀਟਿਊਸ਼ਨ ਜਿਹੜਾ ਹੈਗਾ ਵਾ ਦੁਨੀਆ ਦਾ ਫਰਸਟ ਰਿਟਨ ਕਨਸਟੀਟਿਊਸ਼ਨ ਹੈ, ਯਾਦ ਰੱਖਿਓ। ਤੇ ਇਹਦੇ ਵਿੱਚ ਜਿਹੜਾ ਜਦੋਂ ਆਪਾਂ ਯੂਐਸਏ ਦਾ ਕਨਸਟੀਟਿਊਸ਼ਨ ਖੋਲਦੇ, ਇਹਦੇ ਵਿੱਚ ਵੀ ਸਭ ਤੋਂ ਪਹਿਲਾਂ ਸ਼ੁਰੂਆਤ ਹੁੰਦੀ ਹੈ ਪ੍ਰੀਐਂਬਲ ਦੇ ਨਾਲ। ਠੀਕ ਹੈ। ਹੁਣ ਭਾਰਤ ਦਾ ਪ੍ਰੀਐਂਬਲ ਹੈਗਾ, ਇਹਦੇ ਵਿੱਚ ਆਪਾਂ ਸੋਸ਼ਲਿਸਟ, ਸੈਕੂਲਰ ਤੇ ਇੰਟੀਗ੍ਰਿਟੀ ਤਿੰਨ ਜਿਹੜੇ ਵਰਡਸ ਹੈਗੇ ਬਹੁਤ ਇੰਪੋਰਟੈਂਟ ਹੈ। ਇਹਨਾਂ ਨੂੰ ਬਾਅਦ ਵਿੱਚ ਐਡ ਕੀਤਾ ਸੀਗਾ। ਕਦੋਂ ਕੀਤਾ ਸੀ? 42ਵੀਂ ਸੰਸ਼ੋਧਨ ਦੇ ਨਾਲ ਕੀਤਾ ਸੀਗਾ 1976 ਵਿੱਚ। ਅਮੈਂਡਮੈਂਟ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਪੰਜਾਬੀ ਵਿੱਚ? ਸੰਸ਼ੋਧਨ। ਠੀਕ ਹੈ। ਤੇ 42ਵੀਂ ਅਮੈਂਡਮੈਂਟ ਹੋਈ ਸੀ 1976 ਵਿੱਚ, ਜਿਹਦੇ ਅਕੋਰਡਿੰਗ ਆਪਾਂ ਤਿੰਨ ਨਿਊ ਵਰਡ ਐਡ ਕੀਤੇ, ਜਿਨ੍ਹਾਂ ਦਾ ਨਾਮ ਹੈਗਾ ਸੋਸ਼ਲਿਸਟ, ਸੈਕੂਲਰ ਤੇ ਇੰਟੀਗ੍ਰਿਟੀ। ਹੁਣ ਆਪਾਂ ਗੱਲ ਕਰਦੇ ਹਾਂ ਪ੍ਰੀਐਂਬਲ ਦੀ। ਪ੍ਰੀਐਂਬਲ ਜਿਹੜਾ ਹੈਗਾ ਇੰਡੀਆ ਦਾ ਸ਼ੁਰੂ ਹੁੰਦਾ ਵੀ ਦਾ ਪੀਪਲ ਆਫ ਇੰਡੀਆ। ਬਹੁਤ ਇੰਪੋਰਟੈਂਟ ਹੈ, ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਪ੍ਰੀਐਂਬਲ ਦੀ ਸ਼ੁਰੂਆਤ ਕਿਹੜੇ ਸ਼ਬਦਾਂ ਦੇ ਨਾਲ ਹੁੰਦੀ ਹੈ? ਵੀ ਦਾ ਪੀਪਲ ਆਫ ਇੰਡੀਆ ਤੋਂ ਹੁੰਦੀ ਹੈ। ਹੁਣ ਉਸ ਤੋਂ ਬਾਅਦ ਜਿਹੜੇ ਹੈਗੇ ਨੇ ਪੰਜ ਜਿਹੜੇ ਇਹਦੇ ਵਿੱਚ ਬਹੁਤ ਇੰਪੋਰਟੈਂਟ ਹੈ ਵਰਡਸ ਦਿੱਤੇ ਆ। ਸਭ ਤੋਂ ਪਹਿਲਾਂ ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੈਟਿਕ ਤੇ ਰਿਪਬਲਿਕ। ਇਹ ਪੰਜ ਵਰਡ ਤੁਸੀਂ ਯਾਦ ਰੱਖਣੇ, ਇਹਨਾਂ ਦਾ ਆਰਡਰਸ ਯਾਦ ਰੱਖਣਾ ਹੈ ਕਿ ਸਭ ਤੋਂ ਪਹਿਲਾਂ ਕਿਹੜਾ ਵਰਡ ਆਉਂਦਾ? ਸੋਵਰਨ। ਨੰਬਰ 2 ਤੇ ਸੋਸ਼ਲਿਸਟ, ਨੰਬਰ 3 ਤੇ ਸੈਕੂਲਰ, ਨੰਬਰ 4 ਤੇ ਡੈਮੋਕ੍ਰੈਟਿਕ ਤੇ ਨੰਬਰ 5 ਤੇ ਰਿਪਬਲਿਕ। ਇਹ ਪੰਜਾਂ ਵਰਡਸ ਨੂੰ ਮੈਂ ਚੰਗੀ ਤਰ੍ਹਾਂ ਐਕਸਪਲੇਨ ਕੀਤਾ। ਜੇ ਤੁਸੀਂ ਡਿਟੇਲ ਦੇ ਵਿੱਚ ਇਹਨਾਂ ਦੇ ਬਾਰੇ ਜਾਣਨਾ ਚਾਹੁੰਦੇ ਹੋ ਤੇ ਸਾਡੇ YouTube ਚੈਨਲ ਮੇਹਰ ਕਲਾਸਿਸ ਤੇ ਤੁਸੀਂ ਜਾ ਕੇ ਪ੍ਰੀਐਂਬਲ ਵਾਲਾ ਲੈਕਚਰ ਦੇਖ ਸਕਦੇ ਹੋ। ਕਾਫੀ ਜ਼ਿਆਦਾ ਡਿਟੇਲ ਦੇ ਵਿੱਚ ਉੱਥੇ ਮੈਂ ਸਮਝਾਇਆ ਕਿ ਵਟ ਇਜ਼ ਦਾ ਮੀਨਿੰਗ ਆਫ ਸੋਵਰਨ। ਸੋਵਰਨ ਦਾ ਮਤਲਬ ਕੀ ਹੁੰਦਾ ਹੈ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਨਾਲ ਅੰਦਰੋਂ ਜਾਂ ਬਾਹਰੋਂ ਆਪਾਂ ਕਿਸੇ ਤੇ ਵੀ ਡਿਪੈਂਡੈਂਟ ਨਹੀਂ ਹੈਗੇ। ਸਾਡੀ ਸਟੇਟ ਜਿਹੜੀ ਇੰਡੀਪੈਂਡੈਂਟ ਹੈਗੀ ਹੈ। ਠੀਕ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਸਟਿਸ ਦੀ। ਹੁਣ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਵੀ ਕਿਹੜੀ ਕਿਹੜੀ ਫੀਲਡ ਵਿੱਚ ਜਸਟਿਸ ਦੀ ਗੱਲ ਕੀਤੀ ਸਾਡੇ ਪ੍ਰੀਐਂਬਲ ਦੇ ਵਿੱਚ? ਕਿ ਸਾਨੂੰ ਸਮਾਜਿਕ ਤੌਰ ਤੇ ਨਿਆਂ ਦਿੱਤਾ ਜਾਏਗਾ, ਆਰਥਿਕ ਤੌਰ ਤੇ ਦਿੱਤਾ ਜਾਏਗਾ, ਰਾਜਨੀਤਿਕ ਤੌਰ ਤੇ। ਇਹ ਤਿੰਨ ਜਿਹੜੀਆਂ ਫੀਲਡ ਹੈਗੀਆਂ ਇਹਦੇ ਵਿੱਚ ਸਾਨੂੰ ਜਸਟਿਸ ਦੀ ਗੱਲ ਕੀਤੀ। ਪੇਪਰ ਵਿੱਚ ਕੁਐਸਚਨ ਪੁੱਛਿਆ ਜਾ ਸਕਦਾ ਹੈ ਵੀ ਕਿਹੜੀ ਕਿਹੜੀ ਫੀਲਡ ਵਿੱਚ ਸਾਨੂੰ ਜਸਟਿਸ ਦੀ ਗੱਲ ਕੀਤੀ ਗਈ ਹੈ? ਸੋਸ਼ਲ, ਇਕਨੋਮਿਕ ਤੇ ਪੋਲੀਟੀਕਲ। ਲਿਬਰਟੀ ਦੀ ਗੱਲ ਕਰੀਏ, ਲਿਬਰਟੀ ਨੂੰ ਪੰਜਾਬੀ ਦੇ ਵਿੱਚ ਕੀ ਕਹਿ ਦਿੰਦੇ? ਆਜ਼ਾਦੀ। ਆਜ਼ਾਦੀ ਸਾਨੂੰ ਕਿਹੜੀ ਕਿਹੜੀ ਚੀਜ਼ ਦੀ ਹੈਗੀ? ਥਾਟ ਦੀ, ਐਕਸਪ੍ਰੈਸ਼ਨ ਦੀ, ਬਿਲੀਫ ਦੀ, ਫੇਥ ਦੀ ਤੇ ਵਰਸ਼ਿਪ ਦੀ। ਪੰਜ ਚੀਜ਼ਾਂ ਯਾਦ ਰੱਖਿਓ ਵੀ ਲਿਬਰਟੀ ਸਾਨੂੰ ਕਿਹੜੇ ਕਿਹੜੇ ਖੇਤਰ ਵਿੱਚ ਦਿੱਤੀ ਗਈ? ਥਾਟ ਦੀ, ਐਕਸਪ੍ਰੈਸ਼ਨ ਦੀ, ਬਿਲੀਫ ਦੀ, ਫੇਥ ਦੀ ਤੇ ਵਰਸ਼ਿਪ ਦੀ। ਇਕਵੈਲਿਟੀ ਜਿਹੜੀ ਹੈਗੀ ਹੈ ਉਹ ਕਾਹਦੀ ਹੈ? ਸਟੇਟਸ ਦੀ, ਓਪਰਚੁਨਿਟੀ ਦੀ। ਠੀਕ ਹੈ। ਤੇ ਜਿਹਨੂੰ ਸਟੇਟਸ ਤੇ ਓਪਰਚੁਨਿਟੀ ਜਿਹੜੀ ਹੈਗੀ ਇਹਦੀ ਇਕਵੈਲਿਟੀ ਸਾਨੂੰ ਦਿੱਤੀ ਗਈ ਹੈ ਸਾਡੇ ਪ੍ਰੀਐਂਬਲ ਦੇ ਵਿੱਚ। ਠੀਕ ਹੈ। ਇਹਨੂੰ ਪ੍ਰਮੋਟ ਕੀਤਾ ਗਿਆ ਅਮੰਗ ਆਲ ਦੈਮ। ਠੀਕ ਹੈ। ਉਸ ਤੋਂ ਬਾਅਦ ਆ ਗਿਆ ਫਰਟਰਨਿਟੀ। ਫਰਟਰਨਿਟੀ ਕੀ ਹੁੰਦੀ ਹੈ? ਭਾਈਚਾਰਾ। ਠੀਕ ਹੈ। ਪੰਜਾਬੀ ਦੇ ਵਿੱਚ ਇਹਨੂੰ ਕੀ ਕਹਿੰਦੇ ਨੇ? ਭਾਈਚਾਰਾ। ਭਾਈਚਾਰਾ ਜਿਹੜਾ ਹੈਗਾ ਵਾ ਉਹ ਕੀ ਦੱਸਿਆ ਗਿਆ ਕਿ ਇਹ ਕਾਹਦੇ ਵਾਸਤੇ? ਡਿਗਨਿਟੀ ਬਣਾਉਣ ਵਾਸਤੇ ਇੰਡੀਵਿਜੂਅਲ ਦੀ। ਠੀਕ ਹੈ। ਯੂਨਿਟੀ ਤੇ ਇੰਟੀਗ੍ਰਿਟੀ ਦੇ ਵਾਸਤੇ, ਨੇਸ਼ਨ ਦੀ। ਮਤਲਬ ਕਹਿਣ ਦਾ ਕਿ ਪ੍ਰੀਐਂਬਲ ਦੇ ਵਿੱਚ ਕਿਹਾ ਗਿਆ ਕਿ ਭਾਰਤ ਵਿੱਚ ਭਾਵੇਂ ਜਿੰਨੀਆਂ ਵੀ ਜਾਤਾਂ ਦੇ ਲੋਕ ਰਹਿੰਦੇ ਨੇ ਸਾਰਿਆਂ ਦੇ ਵਿੱਚ ਭਾਈਚਾਰਾ ਬਣਾ ਕੇ ਰੱਖਣਾ ਵਾ। ਠੀਕ ਹੈ। ਹਰ ਇੱਕ ਇੰਡੀਵਿਜੂਅਲ ਦੀ ਆਪਣੀ ਡਿਗਨਿਟੀ ਹੈਗੀ, ਉਹਨੂੰ ਕਾਇਮ ਰੱਖਣਾ। ਲੋਕਾਂ ਦੇ ਵਿੱਚ ਯੂਨਿਟੀ ਬਣਾ ਕੇ ਰੱਖਣੀ ਹੈ। ਇੰਟੀਗ੍ਰਿਟੀ ਮਤਲਬ ਉਹਨਾਂ ਵਿੱਚ ਭਾਈਚਾਰਾ ਬਣਾ ਕੇ ਰੱਖਣਾ ਹੈਗਾ। ਤੇ ਸਾਡੇ ਜਿਹੜੇ ਕਨਸਟੀਟਿਊਸ਼ਨ ਦੇ ਵਿੱਚ ਜਿਹੜੇ ਅਸੈਂਬਲੀ, ਹੁਣ ਇਹ ਵੀ ਕੁਐਸਚਨ ਪੁੱਛਿਆ ਜਾਂਦਾ ਤੁਹਾਨੂੰ ਕਿ ਪ੍ਰੀਐਂਬਲ ਦੇ ਵਿੱਚ ਕਿਹੜੀ ਡੇਟ ਨੂੰ ਮੈਂਸ਼ਨ ਕੀਤਾ ਹੈ? 26 ਨਵੰਬਰ 1949 ਨੂੰ। ਬਹੁਤ ਹੀ ਇੰਪੋਰਟੈਂਟ ਹੈਗਾ ਜੀ ਕਿ 26 ਨਵੰਬਰ 1949 ਦੀ ਡੇਟ ਨੂੰ ਪ੍ਰੀਐਂਬਲ ਦੇ ਵਿੱਚ ਮੈਂਸ਼ਨ ਕੀਤਾ ਗਿਆ। ਕਿਸ ਦਿਨ ਆਪਾਂ ਇੰਡੀਆ ਦਾ ਕਨਸਟੀਟਿਊਸ਼ਨ ਅਡਾਪਟ ਕਰਦੇ, ਐਨੈਕਟ ਕਰਦੇ ਹੈਗੇ ਆ। ਠੀਕ ਹੈ। ਇੰਡੀਆ ਦਾ ਕਨਸਟੀਟਿਊਸ਼ਨ ਯਾਦ ਰੱਖਿਓ, ਬਹੁਤ ਹੀ ਇੰਪੋਰਟੈਂਟ ਹੈਗਾ ਵਾ। ਹਰ ਇੱਕ ਚੀਜ਼ ਜਿਹੜੀ, ਹਰ ਇੱਕ ਵਰਡ ਇੰਪੋਰਟੈਂਟ ਹੈ ਪ੍ਰੀਐਂਬਲ ਦਾ। ਹੁਣ ਆਪਾਂ ਗੱਲ ਕਰਦੇ ਹਾਂ ਕਿ ਇੰਡੀਆ ਦੇ ਕਨਸਟੀਟਿਊਸ਼ਨ ਦੇ ਸੋਰਸ ਕੀ ਨੇ ਤੇ ਕਿੱਥੋਂ ਕਿੱਥੋਂ ਕੀ ਕੁਝ ਲਿਆ ਗਿਆ। ਸਭ ਤੋਂ ਪਹਿਲਾਂ ਯੂਕੇ ਤੋਂ। ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਕਿ ਰੂਲ ਆਫ ਲਾ ਦਾ ਆਪਾਂ ਪ੍ਰੋਸੀਜਰ ਕਿੱਥੋਂ ਲਿਆ? ਯੂਕੇ ਤੋਂ। ਕੈਬਨਿਟ ਸਿਸਟਮ ਕਿੱਥੋਂ ਲਿਆ? ਯੂਕੇ ਤੋਂ। ਠੀਕ ਹੈ। ਪ੍ਰੈਰੋਗੇਟਿਵ ਰਿਟਸ ਆਪਾਂ ਕਿੱਥੋਂ ਲਈਆਂ? ਜਿਹੜੀਆਂ ਟੋਟਲ 5 ਹੈਗੀਆਂ ਨੇ, ਕਿੱਥੋਂ ਲਈਆਂ? ਯੂਕੇ ਤੋਂ। ਪਾਰਲੀਮੈਂਟਰੀ ਗਵਰਨਮੈਂਟ ਦੀ ਫਾਰਮ ਸਾਡੇ ਇੰਡੀਆ ਦੇ ਵਿੱਚ ਹੈਗੀ, ਕਿੱਥੋਂ ਲਈ ਆਪਾਂ? ਯੂਕੇ ਤੋਂ। ਬਾਈ ਕੈਮਰਲ
ਪਾਰਲੀਮੈਂਟ, ਕੈਗ ਦਾ ਆਫਿਸ, ਸਿੰਗਲ ਸਿਟੀਜ਼ਨਸ਼ਿਪ ਤੇ ਲਾ ਮੇਕਿੰਗ ਪ੍ਰੋਸੀਜਰ, ਇਹ ਸਾਰੇ ਆਪਾਂ ਕਿੱਥੋਂ ਲਏ ਨੇ? ਯੂਕੇ ਤੋਂ ਲਏ। ਇਹਨਾਂ ਦੇ ਬਾਰੇ ਆਪਾਂ ਗਾਂ ਅੱਗੇ ਵੀ ਲੈਕਚਰਾਂ ਦੇ ਵਿੱਚ ਡਿਟੇਲ ਦੇ ਵਿੱਚ ਕਵਰ ਕਰਾਂਗੇ। ਕੈਬਨਿਟ ਸਿਸਟਮ ਕੀ ਹੁੰਦਾ ਕਿ ਤਿੰਨ ਤਰ੍ਹਾਂ ਦੇ ਮੰਤਰੀ ਹੁੰਦੇ, ਮੈਂ ਮੋਟਾ ਮੋਟਾ ਤੁਹਾਨੂੰ ਦੱਸ ਦਿੰਦੀ। ਇੱਕ ਕੈਬਨਿਟ, ਇੱਕ ਸਟੇਟ ਹੁੰਦੇ ਨੇ, ਇੱਕ ਅਦਰਸ ਹੁੰਦੇ ਨੇ। ਠੀਕ ਹੈ, ਕੈਬਨਿਟ ਉਹ ਹੁੰਦੇ ਜਿਨ੍ਹਾਂ ਦੇ ਹੱਥ ਮੇਨ ਕਮਾਂਡ ਹੁੰਦੀ ਹੈ। ਇਹ ਆਪਾਂ ਸਿਸਟਮ ਕਿੱਥੋਂ ਲਿਆ? ਯੂਕੇ ਤੋਂ। ਰਿਟਸ ਜਿਹੜੀਆਂ 5 ਤਰ੍ਹਾਂ ਦੀਆਂ ਨੇ। ਠੀਕ ਹੈ, ਜਿਹੜੇ ਸਾਡੇ ਫੰਡਾਮੈਂਟਲ ਰਾਈਟਸ ਹੈਗੇ ਜੇ ਸਾਡੇ ਤੋਂ ਖੋਏ ਜਾਂਦੇ ਆ ਤੇ ਆਪਾਂ ਅੰਡਰ ਆਰਟੀਕਲ 32 ਸੁਪਰੀਮ ਕੋਰਟ ਦੇ ਵਿੱਚ ਜਾ ਸਕਦੇ ਹਾਂ, ਜਾ ਕੇ ਰਿਟ ਕਰ ਸਕਦੇ ਹਾਂ ਕਿ ਸਾਡੇ ਫੰਡਾਮੈਂਟਲ ਰਾਈਟ ਸਾਡੇ ਤੋਂ ਖੋਏ ਗਏ ਆ। ਤੇ ਅਗਰ ਆਪਾਂ ਹਾਈ ਕੋਰਟ 'ਚ ਜਾਣਾ ਤਾਂ 226 ਆਰਟੀਕਲ ਜਿਹੜਾ ਡੀਲ ਕਰੇਗਾ। ਠੀਕ ਹੈ, 5 ਤਰ੍ਹਾਂ ਦੀਆਂ ਰਿਟਸ ਹੁੰਦੀਆਂ, ਤੁਹਾਨੂੰ ਮੈਂ ਬਾਅਦ ਵਿੱਚ ਸਮਝਾਵਾਂਗੀ, ਜਿੱਦਾਂ ਹੇਬੀਅਸ ਕਾਰਪਸ ਹੋ ਗਈ। ਠੀਕ ਹੈ, 5 ਤਰ੍ਹਾਂ ਦੀਆਂ ਟੋਟਲ ਰੇਟਸ ਹੈਗੀਆਂ ਨੇ। ਇਹ ਕਾਹਦੇ ਵਾਸਤੇ ਹੁੰਦੀਆਂ ਕਿ ਜੇ ਸਾਡੇ ਫੰਡਾਮੈਂਟਲ ਰਾਈਟ ਸਾਡੇ ਤੋਂ ਖੋਏ ਜਾਂਦੇ ਹੈਗੇ, ਪ੍ਰੋਹੀਬਿਸ਼ਨ ਦੀ ਹੋ ਗਈ। ਠੀਕ ਹੈ, ਇਹ ਸਾਰੀਆਂ ਰੇਟਸ ਹੈਗੀਆਂ ਨੇ ਤੇ ਅੰਡਰ ਆਰਟੀਕਲ 32 ਸੁਪਰੀਮ ਕੋਰਟ ਇਹਨਾਂ ਨੂੰ ਡੀਲ ਕਰਦੀ ਹੈ ਤੇ ਅੰਡਰ ਆਰਟੀਕਲ 226 ਹਾਈ ਕੋਰਟ ਡੀਲ ਕਰਦੀ ਹੈ। ਬਾਈ ਕੈਮਰਲ ਪਾਰਲੀਮੈਂਟ ਦਾ ਮਤਲਬ ਕੀ ਹੈਗਾ ਕਿ ਲੋਕ ਸਭਾ ਤੇ ਰਾਜ ਸਭਾ ਦੋ ਤਰ੍ਹਾਂ ਦੇ ਸਦਨ ਹੈਗੇ ਨੇ ਸਾਡੇ ਇੰਡੀਆ ਦੀ ਪਾਰਲੀਮੈਂਟ ਦੇ ਵਿੱਚ। ਕੈਗ ਦਾ ਮਤਲਬ ਹੁੰਦਾ ਵਾ ਕੰਪਟਰੋਲਰ ਐਂਡ ਆਡੀਟਰ ਜਨਰਲ, ਮਤਲਬ ਜਿੰਨਾ ਵੀ ਲੇਖਾ ਜੋਖਾ ਵਾ ਇਹਦੇ ਕੋਲ ਹੁੰਦਾ ਵਾ। ਸੈਂਟਰ ਗੌਰਮੈਂਟ ਦਾ ਇਹ ਆਫਿਸ ਹੈਗਾ ਵਾ। ਸਿੰਗਲ ਸਿਟੀਜ਼ਨਸ਼ਿਪ ਮਤਲਬ ਭਾਰਤ ਦੇ ਵਿੱਚ ਭਾਵੇਂ ਪੰਜਾਬ ਵਿੱਚ ਜਨਮ ਹੋਇਆ, ਭਾਵੇਂ ਕਸ਼ਮੀਰ 'ਚ ਹੋਇਆ, ਭਾਵੇਂ ਰਾਜਸਥਾਨ 'ਚ ਹੋਇਆ, ਜਿੱਥੇ ਮਰਜ਼ੀ ਜਨਮ ਹੋਇਆ ਹੋਏ, ਮਤਲਬ ਕੋਈ ਵੀ ਬੰਦਾ ਜਿਹੜਾ ਕਿ ਉਹ ਇੰਡੀਆ ਦਾ ਹੀ ਸਿਟੀਜ਼ਨ ਅਖਵਾਏਗਾ। ਮਤਲਬ ਸਿੰਗਲ ਸਿਟੀਜ਼ਨਸ਼ਿਪ ਹੈਗੀ। ਇਹ ਨਹੀਂ ਹੈਗਾ ਕਿ ਸਟੇਟਾਂ ਦੀ ਅਲੱਗ ਹੈ ਤੇ ਸੈਂਟਰ ਗੌਰਮੈਂਟ ਦੀ ਅਲੱਗ ਹੈ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਯੂਐਸਏ ਦੀ। ਯੂਐਸਏ ਤੋਂ ਕੀ ਲਿਆ ਗਿਆ? ਰਿਟਨ ਕੌਨਸਟੀਟਿਊਸ਼ਨ। ਰਿਟਨ ਕੌਨਸਟੀਟਿਊਸ਼ਨ ਮਤਲਬ ਇੰਡੀਆ ਦਾ ਕੌਨਸਟੀਟਿਊਸ਼ਨ ਵੀ ਰਿਟਨ ਹੈਗਾ ਤੇ ਦੁਨੀਆ ਦਾ ਪਹਿਲਾ ਜਿਹੜਾ ਰਿਟਨ ਕੌਨਸਟੀਟਿਊਸ਼ਨ ਸਾਨੂੰ ਮਿਲਦਾ ਉਹ ਯੂਐਸਏ ਦਾ ਵਾ। ਵਾਈਸ ਪ੍ਰੈਜ਼ੀਡੈਂਟ ਜਿਹੜਾ ਕਿ ਐਕਸ ਆਫੀਸ਼ੀਓ ਚੇਅਰਮੈਨ ਹੁੰਦਾ ਅਪਰ ਹਾਊਸ ਦਾ। ਅਪਰ ਹਾਊਸ ਕਿਹੜੀ ਹੈ? ਰਾਜ ਸਭਾ। ਰਾਜ ਸਭਾ ਦਾ ਇੱਕ ਐਕਸ ਆਫੀਸ਼ੀਓ ਚੇਅਰਮੈਨ ਬਣਾਇਆ ਗਿਆ ਕਿਹਨੂੰ? ਵਾਈਸ ਪ੍ਰੈਜ਼ੀਡੈਂਟ ਨੂੰ। ਇਹ ਆਪਾਂ ਚੀਜ਼ ਕਿੱਥੋਂ ਲਈ ਹੈ? ਯੂਐਸਏ ਤੋਂ। ਫੰਡਾਮੈਂਟਲ ਰਾਈਟ ਜਿਹੜੇ ਕਿ ਸਾਡੇ 12 ਤੋਂ ਲੈ ਕੇ 35 ਤੱਕ ਆਰਟੀਕਲ ਡੀਲ ਕਰਦੇ ਆ, ਆਪਾਂ ਕਿੱਥੋਂ ਲਏ ਨੇ? ਯੂਐਸਏ ਤੋਂ। ਸੁਪਰੀਮ ਕੋਰਟ ਆਪਾਂ ਕਿੱਥੋਂ ਲਈ ਹੈ? ਯੂਐਸਏ ਤੋਂ, ਜਿਹੜੀ ਕਿ ਸਾਡੀ ਹਾਈਐਸਟ ਲਾ ਮਸ਼ੀਨਰੀ ਦੇ ਵਿੱਚ ਵੇਖਿਆ ਜਾਏ ਤਾਂ ਸਭ ਤੋਂ ਹਾਈਐਸਟ ਬਾਡੀ ਕਿਹੜੀ ਹੈ? ਸੁਪਰੀਮ ਕੋਰਟ ਹੈਗੀ ਹੈ। ਠੀਕ ਹੈ, ਇੰਡੀਪੈਂਡੈਂਸ ਆਫ ਜੁਡੀਸ਼ਰੀ ਮਤਲਬ ਜੁਡੀਸ਼ਰੀ ਜਿਹੜੀ ਕਿਸੇ ਤਰ੍ਹਾਂ ਵੀ ਕਿਸੇ ਤੇ ਡਿਪੈਂਡ ਨਹੀਂ ਕਰਦੀ ਹੈਗੀ ਤੇ ਜੁਡੀਸ਼ੀਅਲ ਰਿਵਿਊ ਦਾ ਅਧਿਕਾਰ ਹੈ। ਮੰਨ ਲਓ ਪਾਰਲੀਮੈਂਟ ਨੇ ਕੋਈ ਕਾਨੂੰਨ ਬਣਾਇਆ ਵਾ, ਉਹ ਕਾਨੂੰਨ ਜਿਹੜਾ ਕੌਨਸਟੀਟਿਊਸ਼ਨ ਦੇ ਅਕੋਰਡਿੰਗ ਨਹੀਂ ਹੈਗਾ ਤੇ ਸੁਪਰੀਮ ਕੋਰਟ ਜਿਹੜੀ ਕਿ ਉਹਨੂੰ ਰਿਵਿਊ ਕਰਕੇ ਉਹਨੂੰ ਰੱਦ ਕਰ ਸਕਦੀ। ਇਹ ਜਿਹੜਾ ਅਧਿਕਾਰ ਆਪਾਂ ਕਿੱਥੋਂ ਲਿਆ? ਯੂਐਸਏ ਤੋਂ। ਪ੍ਰੀਐਂਬਲ ਜਿਹੜਾ ਆਪਾਂ ਕਿੱਥੋਂ ਲਿਆ? ਯੂਐਸਏ ਤੋਂ, ਜਿਹੜਾ ਕਿ ਆਪਾਂ ਹੁਣੇ ਪੜ੍ਹ ਚੁੱਕੇ ਹਾਂ। ਉਸ ਤੋਂ ਬਾਅਦ ਆ ਗਿਆ USSR ਤੋਂ ਆਪਾਂ ਕੀ ਲਿਆ? ਫੰਡਾਮੈਂਟਲ ਡਿਊਟੀਜ਼ ਜਿਹੜੀਆਂ ਸਾਡੀਆਂ ਐਡ ਹੋਈਆਂ ਸੀ 51A ਆਰਟੀਕਲ ਦੇ ਅੰਡਰ। 42ਵੀਂ ਐਂਡਮੈਂਟ ਦੇ ਅਕੋਰਡਿੰਗ ਅਮੈਂਡਮੈਂਟ ਐਕਟ ਪਾਸ ਹੋਇਆ ਸੀਗਾ 1976 ਦੇ ਵਿੱਚ, ਉਦੋਂ ਐਡ ਕੀਤੀਆਂ ਸੀ। ਓਰੀਜਨਲੀ ਸਾਡੇ ਕੌਨਸਟੀਟਿਊਸ਼ਨ ਦੇ ਵਿੱਚ ਨਹੀਂ ਸੀਗੀਆਂ ਤੇ ਫੰਡਾਮੈਂਟਲ ਡਿਊਟੀਜ਼ ਆਪਾਂ ਕਿੱਥੋਂ ਲਈਆਂ ਨੇ? USSR ਰਸ਼ੀਆ ਤੋਂ ਲਈਆਂ। ਆਸਟ੍ਰੇਲੀਆ ਤੋਂ ਆਪਾਂ ਕੀ ਲਿਆ? ਕਨਕਰੈਂਟ ਲਿਸਟ ਲਈ ਹੈ। ਠੀਕ ਹੈ, ਜੁਆਇੰਟ ਸਿਟਿੰਗ ਆਫ ਦਾ ਪਾਰਲੀਮੈਂਟ ਲਈ ਹੈ। ਹੁਣ ਕਨਕਰੈਂਟ ਲਿਸਟ ਕੀ ਹੈ? 3 ਤਰ੍ਹਾਂ ਦੀਆਂ ਲਿਸਟ ਹੁੰਦੀਆਂ, ਇੱਕ ਸੈਂਟਰ ਲਿਸਟ, ਠੀਕ ਹੈ, ਇੱਕ ਹੁੰਦੀ ਹੈ ਸਟੇਟ ਲਿਸਟ ਤੇ ਇੱਕ ਹੁੰਦੀ ਹੈ ਕਨਕਰੈਂਟ ਲਿਸਟ। ਕਨਕਰੈਂਟ ਲਿਸਟ ਕਿਹੜੀ ਹੁੰਦੀ ਹੈ? ਜਿਹਦੇ ਤੇ ਸੈਂਟਰ ਤੇ ਸਟੇਟ ਗਵਰਨਮੈਂਟ ਦੋਨੋਂ ਹੀ ਕਾਨੂੰਨ ਬਣਾ ਸਕਦੀਆਂ ਨੇ। ਠੀਕ ਹੈ, ਇੱਕ ਆ ਗਿਆ ਜੁਆਇੰਟ ਸਿਟਿੰਗ ਆਫ ਦਾ ਪਾਰਲੀਮੈਂਟ। 108 ਆਰਟੀਕਲ ਡੀਲ ਕਰਦਾ ਹੈ ਕਿ ਰਾਜ ਸਭਾ ਤੇ ਲੋਕ ਸਭਾ ਦੀ ਜੁਆਇੰਟ ਸਿਟਿੰਗ ਵੀ ਹੋ ਸਕਦੀ ਕਿਸੇ ਬਿੱਲ ਨੂੰ ਲੈ ਕੇ। ਆਰਟੀਕਲ 108 ਹੈ ਡੀਲ ਕਰਦੇ ਤੇ ਆਪਾਂ ਕਿੱਥੋਂ ਲਿਆ? ਆਸਟ੍ਰੇਲੀਆ ਤੋਂ। ਜਾਪਾਨ ਤੋਂ ਕੀ ਲਿਆ? ਪ੍ਰੋਸੀਜਰ ਐਸਟੈਬਲਿਸ਼ਡ ਬਾਈ ਲਾ। ਜਰਮਨੀ ਤੋਂ ਆਪਾਂ ਕੀ ਲਿਆ? ਸਸਪੈਂਸ਼ਨ ਆਫ ਫੰਡਾਮੈਂਟਲ ਰਾਈਟ ਡਿਊਰਿੰਗ ਦਾ ਐਮਰਜੈਂਸੀ। ਹੁਣ ਯਾਦ ਰੱਖਿਓ ਕਿ ਆਰਟੀਕਲ 20 ਤੇ 21 ਦੋ ਇੰਡੀਆ ਦੇ ਵਿੱਚ ਇਦਾਂ ਦੇ ਨੇ ਜਦੋਂ ਐਮਰਜੈਂਸੀ ਲੱਗੀ ਵੀ ਹੋਏ ਤੇ ਇਹਨਾਂ ਨੂੰ ਜਿਹੜਾ ਹੈਗਾ ਰੱਦ ਨਹੀਂ ਕੀਤਾ ਜਾ ਸਕਦਾ। ਤੇ ਜਦੋਂ ਐਮਰਜੈਂਸੀ ਹੁੰਦੀ ਉਦੋਂ ਸਾਰੇ ਆਰਟੀਕਲ ਸਾਡੇ ਜਿਹੜੇ ਹੈਗੇ ਨੇ ਫੰਡਾਮੈਂਟਲ ਰਾਈਟ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ। ਇਹ ਪ੍ਰੋਸੀਜਰ ਆਪਾਂ ਕਿੱਥੋਂ ਲਿਆ? ਜਰਮਨੀ ਤੋਂ। ਕੈਨੇਡਾ ਤੋਂ ਕੀ ਲਿਆ? ਫੈਡਰੇਸ਼ਨ। ਠੀਕ ਹੈ, ਵਿਦ ਏ ਸਟਰੋਂਗ ਸੈਂਟਰ ਮਤਲਬ ਸੈਂਟਰ ਸਰਕਾਰ ਹੈ ਸਾਡੀ ਤੇ ਸਟੇਟ ਸਰਕਾਰ ਹੈ। ਠੀਕ ਹੈ, ਤੇ ਇਹਦੇ ਵਿੱਚ ਬਟ ਮਜ਼ਬੂਤ ਕਿਹਨੂੰ ਬਣਾਇਆ ਗਿਆ? ਸੈਂਟਰ ਸਰਕਾਰ ਨੂੰ। ਉਹਨੂੰ ਕੀ ਆਪਾਂ ਕਹਿ ਦਿੰਦੇ ਹਾਂ? ਫੈਡਰੇਸ਼ਨ ਸਿਸਟਮ। ਡਿਸਟ੍ਰੀਬਿਊਸ਼ਨ ਕੀਤੀ ਗਈ ਪਾਵਰਸ ਬਿਟਵੀਨ ਸੈਂਟਰ ਐਂਡ ਸਟੇਟ ਤੇ ਇੱਕ ਇਸ ਤੋਂ ਇਲਾਵਾ ਜਿਹੜਾ ਰੈਜ਼ੀਡਿਊਰੀ ਪਾਵਰ ਜਿਹੜੀਆਂ ਹੈਗੀਆਂ ਆਪਾਂ ਉਹ ਕਿਹਨੂੰ ਦਿੱਤੀਆਂ ਗਈਆਂ? ਸੈਂਟਰ ਸਰਕਾਰ ਨੂੰ। ਮੈਂ ਅੱਗੇ ਵੀ ਤੁਹਾਨੂੰ ਦੱਸਿਆ ਕਿ 3 ਤਰ੍ਹਾਂ ਦੀਆਂ ਸਾਡੇ ਕੋਲ ਲਿਸਟ ਹੈ, ਇੱਕ ਸੈਂਟਰ ਗਵਰਨਮੈਂਟ ਦੀ, ਇੱਕ ਸਟੇਟ ਦੀ, ਇੱਕ ਕਨਕਰੈਂਟ। ਜੇ ਇਹ ਤੋਂ ਇਲਾਵਾ ਵੀ ਕੋਈ ਸਬਜੈਕਟ ਬਚ ਜਾਂਦਾ ਉਹ ਕਿਹਦੇ ਵਿੱਚ ਆਉਂਦਾ? ਰੈਜ਼ੀਡਿਊਰੀ ਲਿਸਟ ਵਿੱਚ ਆਉਂਦਾ। ਤੇ ਰੈਜ਼ੀਡਿਊਰੀ ਜਿਹੜੀ ਲਿਸਟ ਵਿੱਚ ਜਿੰਨੇ ਵੀ ਸਬਜੈਕਟ ਹੈਗੇ ਉੱਤੇ ਕਾਨੂੰਨ ਕੌਣ ਬਣਾਏਗਾ? ਸੈਂਟਰ ਗਵਰਨਮੈਂਟ। ਇਹ ਆਪਾਂ ਪ੍ਰੋਸੀਜਰ ਕਿੱਥੋਂ ਲਿਆ ਵਾ? ਕੈਨੇਡਾ ਤੋਂ ਲਿਆ ਵਾ। ਠੀਕ ਹੈ, ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਆਇਰਲੈਂਡ ਤੋਂ ਕੀ ਲਿਆ? ਡਾਇਰੈਕਟਿਵ ਪ੍ਰਿੰਸੀਪਲ ਆਫ ਦਾ ਸਟੇਟ ਪਾਲਿਸੀ, ਜਿਹੜੇ ਕਿ ਸਾਡੇ 36 ਤੋਂ ਲੈ ਕੇ
ਆਪਣਾ 51 ਆਰਟੀਕਲ ਤੱਕ ਡੀਲ ਕਰਦੇ ਨੇ ਡਾਇਰੈਕਟਿਵ ਪ੍ਰਿੰਸੀਪਲ ਆਫ ਦਾ ਸਟੇਟ ਪਾਲਿਸੀ। ਠੀਕ ਹੈ, ਇਹ ਆਪਾਂ ਕਿੱਥੋਂ ਲਏ ਨੇ? ਆਇਰਲੈਂਡ ਤੋਂ। ਇਸ ਤੋਂ ਇਲਾਵਾ ਮੈਥਡ ਇਲੈਕਸ਼ਨ ਕਰਨ ਦਾ ਕਿਹਦਾ? ਪ੍ਰੈਜ਼ੀਡੈਂਟ ਦਾ ਆਪਾਂ ਆਇਰਲੈਂਡ ਤੋਂ ਲਿਆ। ਸਾਊਥ ਅਫਰੀਕਾ ਤੋਂ ਕੀ ਲਿਆ? ਅਮੈਂਡਮੈਂਟ ਦਾ ਪ੍ਰੋਸੀਜਰ ਜਿਹੜਾ ਕਿ 368 ਆਰਟੀਕਲ ਡੀਲ ਕਰਦਾ। ਯਾਦ ਰੱਖਿਓ ਕਿ ਆਪਾਂ 68 ਆਰਟੀਕਲ ਦੇ ਅਕੋਰਡਿੰਗ ਜਦੋਂ ਵੀ ਸਾਡਾ ਪਾਰਲੀਮੈਂਟ ਦਾ ਦਿਲ ਕਰੇ ਤਾਂ ਉਹ ਕੀ ਕਰ ਸਕਦੀ ਹੈ, ਜੇ ਉਹ ਲੋੜ ਮੁਤਾਬਿਕ ਚਾਹਵੇ ਤਾਂ ਕੌਨਸਟੀਟਿਊਸ਼ਨ ਨੂੰ ਅਮੈਂਡ ਕਰ ਸਕਦੀ ਹੈ। ਤੇ ਇਹ ਪ੍ਰੋਸੀਜਰ ਕਿਹੜੇ ਆਰਟੀਕਲ ਦੇ ਅੰਡਰ ਦਿੱਤਾ ਗਿਆ? 368 ਆਰਟੀਕਲ ਇਹਨੂੰ ਡੀਲ ਕਰਦਾ। ਤੇ ਇਹ ਪ੍ਰੋਸੀਜਰ ਆਪਾਂ ਕਿੱਥੋਂ ਲਿਆ? ਸਾਊਥ ਅਫਰੀਕਾ ਤੋਂ। ਫਰਾਂਸ ਤੋਂ ਆਪਾਂ ਕੀ ਲਿਆ ਹੈਗਾ? ਰਿਪਬਲਿਕ ਐਂਡ ਆਈਡੀਅਲਸ ਆਫ ਦ ਲਿਬਰਟੀ ਇਕੁਐਲਿਟੀ ਐਂਡ ਫਰੈਟਰਨਿਟੀ। ਯਾਦ ਰੱਖਿਓ 1789 ਤੋਂ ਲੈ ਕੇ 99 ਤੱਕ ਜਿਹੜਾ ਸੀਗਾ ਫ੍ਰੈਂਚ ਰੈਵੋਲੂਸ਼ਨ ਚੱਲਿਆ ਸੀਗਾ। ਫ੍ਰੈਂਚ ਰੂਲ ਰੈਵੋਲੂਸ਼ਨ ਦੇ ਵਿੱਚ 3 ਨਾਅਰੇ ਦਿੱਤੇ ਸੀ ਲੋਕਾਂ ਨੇ, ਲਿਬਰਟੀ, ਇਕਵੈਲਿਟੀ ਤੇ ਫਰੈਟਰਨਿਟੀ। ਪੰਜਾਬੀ ਚ ਇਹਨੂੰ ਕਹਿੰਦੇ ਆਜ਼ਾਦੀ, ਇਕਵੈਲਿਟੀ ਹੁੰਦੀ ਹੈ ਸਮਾਨਤਾ, ਤੇ ਫਰੈਟਰਨਿਟੀ ਕੀ ਹੁੰਦੀ ਹੈ? ਭਾਈਚਾਰਾ। ਇਹ 3 ਉਹਨਾਂ ਨੇ ਜਿਹੜੇ ਨਾਅਰੇ ਦਿੱਤੇ ਸੀ। ਤੇ ਇਹ ਚੀਜ਼ ਆਪਾਂ ਕਿੱਥੇ ਲਈ ਹੈ? ਪ੍ਰੀਐਂਬਲ ਦੇ ਵਿੱਚੋਂ ਇਹ ਲਈ ਆਪਾਂ ਫਰਾਂਸ ਤੋਂ। ਠੀਕ ਹੈ, ਮੇਨ ਫੀਚਰ ਸੀ ਵੀ ਕਿੱਥੋਂ ਕਿੱਥੋਂ ਲਏ, ਪੇਪਰ ਵਿੱਚ ਕੁਐਸਚਨ ਪੁੱਛਿਆ ਜਾਂਦਾ। ਹੁਣ ਮੇਨ ਫੀਚਰ ਦੀ ਗੱਲ ਕਰੀਏ ਤੇ ਬਲਕੀਐਸਟ ਰਿਟਨ ਕੌਨਸਟੀਟਿਊਸ਼ਨ ਮਤਲਬ ਦੁਨੀਆ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਕਿੱਥੋਂ ਦਾ ਹੈਗਾ? ਭਾਰਤ ਦਾ। ਕੰਬੀਨੇਸ਼ਨ ਹੈਗਾ ਰਿਜਿਡਿਟੀ ਤੇ ਫਲੈਕਸੀਬਿਲਿਟੀ, ਮਤਲਬ ਰਿਜਿਡਿਟੀ ਵੀ ਹੈਗੀ ਤੇ ਫਲੈਕਸੀਬਿਲਿਟੀ, ਦੋਨੋਂ ਹੀ ਚੀਜ਼ਾਂ ਸਾਡੇ ਕੌਨਸਟੀਟਿਊਸ਼ਨ 'ਚ ਆ ਜਾਂਦੀਆਂ ਨੇ। ਪਾਰਲੀਮੈਂਟਰੀ ਸਿਸਟਮ ਹੈਗਾ ਗਵਰਨਮੈਂਟ ਦਾ। ਠੀਕ ਹੈ, ਫੈਡਰਲ ਸਿਸਟਮ ਵਿਦ ਯੂਨਿਟਰੀ ਬਾਇਆਸ, ਮਤਲਬ ਕਹਿਣ ਦਾ ਕੀ ਭਾਵ ਕਿ ਹੈ ਫੈਡਰਲ ਸਿਸਟਮ ਬਟ ਮੇਨ ਪਾਵਰ ਜਿਹੜੀ ਹੈਗੀ ਉਹ ਕਿਹਨੂੰ ਦਿੱਤੀ ਗਈ? ਸੈਂਟਰ ਗਵਰਨਮੈਂਟ ਨੂੰ, ਜਿਸ ਕਰਕੇ ਇਹਨੂੰ ਆਪਾਂ ਯੂਨਿਟਰੀ ਬਾਇਆਸ ਦਾ ਨਾਂ ਦੇ ਦਿੰਦੇ ਆ। ਫੰਡਾਮੈਂਟਲ ਰਾਈਟ ਦਿੱਤਾ ਗਿਆ, ਡਿਊਟੀਜ਼ ਦਿੱਤੀਆਂ ਗਈਆਂ, ਡਾਇਰੈਕਟਿਵ ਪ੍ਰਿੰਸੀਪਲ ਆਫ ਦਾ ਸਟੇਟ ਪਾਲਿਸੀ ਸਾਡੇ ਕੌਨਸਟੀਟਿਊਸ਼ਨ 'ਚ ਹੈਗੀ ਆ। ਇੰਟੀਗ੍ਰੇਟਡ ਐਂਡ ਇੰਡੀਪੈਂਡੈਂਟ ਜੁਡੀਸ਼ਰੀ ਹੈਗੀ ਆ, ਮਤਲਬ ਥੱਲੇ ਤੋਂ ਲੈ ਕੇ ਉੱਤੇ ਤੱਕ ਅਦਾਲਤਾਂ ਇੱਕ ਦੂਜੇ ਦੇ ਨਾਲ ਜੁੜੀਆਂ ਨੇ। ਇੰਡੀਪੈਂਡੈਂਟ ਮਤਲਬ ਕੀ ਹੈਗਾ? ਜਦੋਂ ਵੀ ਚਾਹੇ ਸੁਪਰੀਮ ਕੋਰਟ ਅਗਰ ਉਹਨੂੰ ਲੱਗੇ ਕਿ ਸੰਵਿਧਾਨ ਦੇ ਅਕੋਰਡਿੰਗ ਕੋਈ ਕਾਨੂੰਨ ਨਹੀਂ ਬਣਿਆ ਤਾਂ ਉਹਨੂੰ ਰੱਦ ਕਰ ਸਕਦੀ ਹੈ। ਸਿੰਗਲ ਸਿਟੀਜ਼ਨਸ਼ਿਪ ਹੈਗੀ ਹੈ, ਐਮਰਜੈਂਸੀ ਪਾਵਰਸ ਹੈਗੀਆਂ ਨੇ, ਯੂਨੀਵਰਸਲ ਅਡਲਟ ਫਰੈਂਚਾਈਜ਼ ਹੈਗੀ ਹੈ। ਯੂਨੀਵਰਸਲ ਅਡਲਟ ਫਰੈਂਚਾਈਜ਼ ਦਾ ਮਤਲਬ ਕੀ ਹੈਗਾ ਕਿ ਜਿਹਦੀ ਵੀ ਉਮਰ 18 ਸਾਲ ਜਾਂ ਉਸ ਤੋਂ ਵੱਧ ਹੈਗੀ ਹੈ ਉਹਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ। ਇਹ ਸਾਡੇ ਜਿਹੜਾ ਹੈਗਾ ਕੌਨਸਟੀਟਿਊਸ਼ਨ ਦੇ ਮੇਨ ਫੀਚਰਸ ਹੈਗੇ ਨੇ। ਇਹ ਲੈਕਚਰ ਮੈਂ ਬਣਾਇਆ ਸੀਗਾ ਤੁਹਾਡੇ ਪੀਟੈਟ ਦੇ ਸਿਲੇਬਸ ਦੇ ਅਕੋਰਡਿੰਗ ਜਾਂ ਪੀਟੈਟ ਦੇ ਪੇਪਰ ਨੂੰ ਮੁੱਖ ਰੱਖਦਿਆਂ ਹੋਇਆਂ। ਹਰ ਇੱਕ ਜਿਹੜਾ ਲਾਈਨ ਹੈਗੀ ਇੰਪੋਰਟੈਂਟ ਹੈਗੀ, ਹਰ ਇੱਕ ਇੰਪੋਰਟੈਂਟ ਕੁਐਸਚਨ ਬਣ ਜਾਂਦਾ ਹਰ ਇੱਕ ਲਾਈਨ ਤੇ ਇਸ ਕਰਕੇ ਤੁਸੀਂ ਬੜੇ ਹੀ ਧਿਆਨ ਨਾਲ ਸੁਣਨਾ, ਬੜੇ ਹੀ ਧਿਆਨ ਨਾਲ ਸਮਝਣਾ। ਜੇ ਤੁਹਾਨੂੰ ਕਿਸੇ ਗੱਲ ਦੀ ਸਮਝ ਨਾ ਲੱਗੀ ਹੋਈ ਤੇ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਤਾਂ ਆਨਸਰ ਪੁੱਛ ਸਕਦੇ ਹੋ। ਇਸ ਤੋਂ ਇਲਾਵਾ ਤੁਹਾਡੇ ਅੱਗੇ ਰਿਕਵੈਸਟ ਹੈ ਕਿ ਜੇ ਤੁਹਾਨੂੰ ਸਾਡੇ ਲੈਕਚਰ ਚੰਗੇ ਲੱਗਦੇ ਇਹਨਾਂ ਨੂੰ ਸ਼ੇਅਰ ਕਰਿਓ, ਲਾਈਕ ਕਰਿਓ ਤੇ ਸਬਸਕ੍ਰਾਈਬ ਕਰਿਓ ਸਾਡੇ ਚੈਨਲ ਨੂੰ। ਇਸ ਤੋਂ ਇਲਾਵਾ ਜਿੰਨੇ ਵੀ ਤੁਹਾਡੇ ਨੋਨ ਹੈਗੇ ਆ ਜਿਹੜੇ ਕਿ ਪੀਟੈਟ ਦੀ ਤਿਆਰੀ ਕਰਨਾ ਚਾਹੁੰਦੇ ਆ, ਮਾਸਟਰ ਕੇਡਰ ਦੀ ਕਰਨਾ ਚਾਹੁੰਦੇ, ਇਸ ਤੋਂ ਇਲਾਵਾ ਅਦਰ ਕੰਪੀਟੀਟਿਵ ਐਗਜ਼ਾਮਸ ਦੀ ਕਰਨਾ ਚਾਹੁੰਦੇ ਆ, ਤੇ ਪਲੀਜ਼ ਉਹਨਾਂ ਨੂੰ ਸਾਡੇ ਚੈਨਲ ਦੇ ਬਾਰੇ ਜ਼ਰੂਰ ਸੁਜੈਸਟ ਕਰਿਓ। ਫ੍ਰੀ ਕੋਚਿੰਗ ਇੱਥੇ ਦਿੱਤੀ ਜਾਂਦੀ ਹੈਗੀ ਹੈ ਤੇ ਬਹੁਤ ਹੀ ਵਧੀਆ ਢੰਗ ਦੇ ਨਾਲ ਤੁਹਾਨੂੰ ਸਮਝਾਇਆ ਜਾਊਗਾ। ਠੀਕ ਹੈ, ਹੁਣ ਪੀਟੈਟ ਦੀ ਸੀਰੀਜ਼ ਆਪਾਂ ਚਲਾਉਂਦੇ ਪਏ ਹਾਂ। ਪੀਟੈਟ ਦਸੰਬਰ ਦੇ ਵਿੱਚ 1 ਦਸੰਬਰ 2024 ਨੂੰ ਹੋਣਾ, ਉਹਨੂੰ ਮੁੱਖ ਰੱਖਦੇ ਹੋਏ ਹੋਪ ਹੈ ਕਿ ਤੁਸੀਂ ਸਾਡੇ ਲੈਕਚਰ ਸੁਣੋਗੇ ਤੇ ਸੁਣ ਕੇ ਤੇ ਤੁਸੀਂ ਆਪ ਖੁਦ ਹੀ ਅਜ਼ਮਾਓਗੇ ਕਿ ਪੇਪਰ ਵਿੱਚ ਕਾਫੀ ਹੱਦ ਤੱਕ ਸਾਡਾ ਹੀ ਲੈਕਚਰ ਜਿਹੜਾ ਹੈਗਾ ਉਹ ਕਵਰ ਹੋਊਗਾ। ਠੀਕ ਹੈ, ਧੰਨਵਾਦ।